ਮੈਨੂੰ ਬਹੁਤ ਖੁਸ਼ੀ ਹੋਈ ਇੱਕ ਚੀਜ਼ ਜਾਣ ਕੇ ਕਿ ਜਦੋਂ ਮੈਂ ਦੇਖਿਆ ਕਿ ਤੁਸੀਂ +1 ਔਰ +2 ਸਰਕਾਰੀ ਸਕੂਲ ਤੋਂ ਕੀਤੀ ਹੈ, 11ਵੀਂ 12ਵੀਂ ਤੁਸੀਂ ਸਰਕਾਰੀ ਸਕੂਲ ਤੋਂ ਪੜ੍ਹੇ ਹੋ। ਅੱਜ ਕੱਲ੍ਹ ਤਾਂ ਸਰਕਾਰੀ ਸਕੂਲਾਂ ਬਾਰੇ ਪਰਸੈਪਸ਼ਨ ਹੀ ਲੋਕਾਂ ਦੀ ਹੋਰ ਹੈ, ਪਰ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕਰਕੇ ਔਰ ਉਸ ਤੋਂ ਬਾਅਦ ਫਿਰ ਤੁਸੀਂ IPS ਬਣੇ ਔਰ ਅੱਗੇ ਲਗਾਤਾਰ ਤਿਆਰੀ ਜਾਰੀ ਰੱਖੀ। ਸਕੂਲ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮੇਰੀ ਸਕੂਲਿੰਗ ਮੋਹਾਲੀ ਦੀ ਹੈ। ਉਸ ਤੋਂ ਬਾਅਦ 2 ਸਾਲ ਮੈਂ ਚੰਡੀਗੜ੍ਹ 'ਚ ਵੀ ਸਕੂਲਿੰਗ ਕੀਤੀ ਹੈ। ਇਹ ਕਿੰਨਾ ਕੁ ਚੈਲੰਜ ਭਰਿਆ ਹੈ ਚੰਡੀਗੜ੍ਹ ਦੇ SSP ਹੋਣਾ ਤੁਹਾਡੇ ਵਾਸਤੇ? ਇੱਕ ਕ੍ਰਿਮੀਨਲ ਲਈ ਆ ਕੇ ਕ੍ਰਾਈਮ ਕਰਕੇ ਇੱਥੋਂ ਭੱਜਣਾ ਬਹੁਤ ਹੀ ਔਖਾ ਹੈ, ਤੇ ਜੇ ਕੋਈ ਭੱਜ ਵੀ ਜਾਵੇ ਤੇ ਉਹ 1-2 ਦਿਨ 'ਚ ਫੜਿਆ ਜਾਂਦਾ ਹੈ। ਸੰਘਰਸ਼ ਕਿੰਨਾ ਕਰਿਆ ਇੱਥੋਂ ਤੱਕ ਪਹੁੰਚਣ ਵਾਸਤੇ, ਯਾਨੀ ਕਿ IPS ਬਣਨ ਤੱਕ ਦਾ ਸੰਘਰਸ਼? ਦਿੱਲੀ ਜਾ ਕੇ ਕੋਚਿੰਗ ਇੰਸਟੀਚਿਊਟ 'ਚ ਐਡਮਿਸ਼ਨ ਲੈ ਕੇ ਉੱਥੇ ਕੋਚਿੰਗ ਲਿੱਤੀ ਦਿੱਲੀ, ਤੇ 2 ਸਾਲ ਦੀ ਉੱਥੇ ਮਿਹਨਤ ਤੋਂ ਬਾਅਦ ਤੇ ਦੂਜੇ ਅਟੈਂਪਟ ਵਿੱਚ ਮੇਰਾ ਇੱਥੇ ਸਿਲੈਕਸ਼ਨ ਹੋਇਆ। ਕੁਝ ਫੈਮਿਲੀ ਪ੍ਰੋਬਲਮਸ ਵੀ ਰਹੀਆਂ। ਜਦੋਂ ਮੈਂ ਕਾਲਜ ਸੀ ਮੇਰੇ ਪਿਤਾ ਜੀ ਦੀ ਮੌਤ ਹੋਈ, ਤੇ ਮੇਰੇ ਮਦਰ ਨੇ ਮੈਨੂੰ ਬੜਾ ਸਪੋਰਟ ਕੀਤਾ, ਤੇ ਪੂਰੀ ਜ਼ਿੰਦਗੀ ਦਾ ਸਟਰਗਲ ਰਹਿੰਦਾ, ਤੇ ਪਰ ਜੋ ਸਾਡੀ ਏਮ ਹੋਵੇ, ਮਿੱਥਿਆ ਹੋਵੇ, ਉਹ ਸਭ ਦੇ ਮਨ 'ਚ ਹੁੰਦਾ ਕਿ ਉਹਨੂੰ ਪੂਰਾ ਕੀਤਾ ਜਾਵੇ। ਤੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਕਿ ਭਾਈ ਸਿਲੈਕਟ ਹੋ ਗਏ ਹੋ ਤੁਸੀਂ, UPSC ਕਰੈਕ ਕਰ ਲਿਆ ਐਗਜ਼ਾਮ, ਸਭ ਤੋਂ ਪਹਿਲਾਂ ਮਾਤਾ ਨੂੰ ਦੱਸਿਆ ਜਾਂ ਪਰਿਵਾਰ ਦੇ ਵਿੱਚ ਕਿਸੇ ਹੋਰ ਨੂੰ ਦੱਸਿਆ? ਮੈਨੂੰ ਹਲੇ ਵੀ ਯਾਦ ਹੈ ਜੀ, ਉਸ ਦਿਨ ਹਲੇ ਰਿਜ਼ਲਟ ਆਉਣਾ ਸੀ। ਸਾਨੂੰ ਉਮੀਦ ਸੀ ਕਿ ਅੱਜ 1-2 ਦਿਨ 'ਚ ਆ ਜਾਏਗਾ, ਤੇ ਮੈਂ ਘਰ ਸੀ, ਇਕੱਲੀ ਸੀ, ਤੇ ਮੈਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡਾ ਅਸੀਂ ਲਿਸਟ ਦੇਖਿਆ ਤੇ ਤੁਹਾਡਾ ਨਾਮ ਉਸ 'ਚ ਉਹਨਾਂ ਨੇ ਕੰਗ੍ਰੈਚੁਲੇਟ ਕੀਤਾ। ਤੇ ਇਮੀਡੀਏਟਲੀ ਓਬਵੀਅਸਲੀ ਮੈਂ ਸਭ ਤੋਂ ਪਹਿਲੇ ਆਪਣੇ ਮਦਰ ਨੂੰ ਫੋਨ ਕੀਤਾ, ਤੇ ਉਹ ਆਪਣੇ ਆਫਿਸ 'ਚ ਸੀ ਉਦੋਂ, ਤੇ ਉਹ ਬੜੇ ਖੁਸ਼ ਹੋਏ। ਸਿਰਫ ਸ਼ੁਕਰਾਨੇ ਦੀ ਫੀਲਿੰਗ ਸੀ, ਤੇ ਇਹ ਸੀ ਹੁਣ ਇੰਨੀ ਮਿਹਨਤ ਕਰਕੇ ਆਇਆ ਤਾਂ ਕੁਝ ਜ਼ਰੂਰ ਚੰਗਾ ਕੰਮ ਕਰਨਾ ਚਾਹੀਦਾ ਹੈ, ਤੇ ਉਸੇ ਮਕਸਦ ਨਾਲ ਹਮੇਸ਼ਾ ਤੋਂ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਰੱਬ ਨੂੰ ਵਾਵਾ ਮੰਨਦੇ ਹੋ? ਬਿਲਕੁਲ ਜੀ, ਜਿਹੜਾ ਆਪਣੇ ਸਪਿਰਿਚੁਅਲ ਲੈਵਲ ਤੇ ਆਪਣੀ ਸਾਰਿਆਂ ਦੀ ਮੰਨਣਾ ਹੁੰਦਾ ਹੈ, ਤੇ ਮੈਂ ਵੀ ਮੰਨਦੀ ਹਾਂ। ਹਸਬੈਂਡ ਦਾ ਤੁਸੀਂ ਜ਼ਿਕਰ ਕੀਤਾ ਹੈ, ਤੁਹਾਡੇ ਹਸਬੈਂਡ ਵੀ ਡਿਪਟੀ ਕਮਿਸ਼ਨਰ ਨੇ, IAS ਨੇ? ਹਾਂਜੀ, ਉਹ IAS ਨੇ 14 ਬੈਚ ਦੇ, ਤੇ ਪੰਜਾਬ 'ਚ ਪੋਸਟਿੰਗ। ਔਰ ਲਵ ਮੈਰਿਜ ਸੀ ਕਿ ਤੁਹਾਡੀ ਅਰੇਂਜ ਮੈਰਿਜ ਸੀ? ਹਾਂਜੀ, ਸਾਡੀ ਫੈਮਿਲੀਜ਼ ਵੀ ਜਾਣਦੀਆਂ ਸੀ, ਤੇ ਅਸੀਂ ਵੀ ਤਿਆਰੀ ਦੇ ਦੌਰਾਨ ਮਿਲੇ ਸੀ, ਤਾਂ ਦੋਨਾਂ ਦਾ ਮਿਕਸਚਰ ਹੀ ਮੰਨ ਲਓ। ਲਵ ਕਮ ਅਰੇਂਜ ਕਹਿੰਦੇ ਜੀ। ਮੈਂ ਇਹ ਜਾਣਨਾ ਚਾਹੁੰਦਾ ਅਫਸਰਾਂ ਦੀ ਜ਼ਿੰਦਗੀ, ਕਿਉਂਕਿ ਸੇਮ ਹੋ ਗਏ ਕਿ IAS ਹੋ ਕੇ IPS, ਪਤੀ ਤੁਹਾਡੇ IAS ਨੇ, ਤੁਸੀਂ IPS ਹੋ। ਇਹਨਾਂ ਅਫਸਰਾਂ ਦੀ ਜ਼ਿੰਦਗੀ ਘਰੇਲੂ ਕਿਹੋ ਜਿਹੀ ਹੁੰਦੀ ਹੈ? ਜੀ, ਕਦੇ ਉਹਨਾਂ ਨੇ ਕਿਸੇ ਐਕਸ਼ਨ ਨੂੰ ਲੈ ਕੇ ਕਿਹਾ ਵੀ ਕਮਲਦੀਪ ਕੌਰ ਜੀ ਸਵਾਦ ਆ ਗਿਆ, ਬਹੁਤ ਵਧੀਆ ਕੰਮ ਕੀਤਾ ਤੁਸੀਂ, ਕਿਸੇ ਐਕਸ਼ਨ ਨੂੰ ਲੈ ਕੇ? ਆਈ ਥਿੰਕ ਉਹ ਇੰਨਾ ਐਕਸਪਲਿਸਿਟ ਨਹੀਂ ਹੁੰਦਾ ਕਿ ਕੋਈ ਕਵੇ, ਬਟ ਜਿਹੜੀ ਸਪੋਰਟ ਮਿਲਦੀ ਰਹਿੰਦੀ ਹੈ ਘਰ ਵਾਲਿਆਂ ਤੋਂ, ਉਹੀ ਆਪਣੇ ਆਪ 'ਚ ਇੱਕ ਅਪਰੀਸੀਏਸ਼ਨ ਦਾ ਮੂਡ ਹੁੰਦਾ ਹੈ। ਪਹਿਲੀ ਵਾਰ ਵਰਦੀ ਪਾ ਕੇ ਔਰ ਤੁਸੀਂ ਡਿਊਟੀ ਜੁਆਇਨ ਕਰਨੀ ਸੀ, ਉਹ ਫੀਲ ਕੀ ਸੀਗਾ? ਤੇ ਉਸ ਟਾਈਮ ਬੜੀ ਐਕਸਾਈਟਮੈਂਟ ਹੁੰਦੀ ਹੈ ਕਿ ਪਹਿਲੀ ਵਾਰ ਵਰਦੀ ਪਾਵਾਂਗੇ, ਕਿਵੇਂ ਦੇ ਲੱਗਾਂਗੇ, ਕਿਉਂਕਿ ਸਿਵਿਲੀਅਨ ਇੱਕ ਜਦੋਂ ਯੂਨੀਫਾਰਮ ਸਰਵਿਸ 'ਚ ਜਾਂਦਾ ਹੈ ਤਾਂ ਅਲੱਗ ਜਿਹੀ ਫੀਲਿੰਗ ਹੁੰਦੀ ਹੈ। ਤੇ ਉਸ ਤੋਂ ਬਾਅਦ ਬੜੇ ਦਿਨ ਪਹਿਲੇ ਤਾਂ ਲੱਗਦਾ ਵੀ ਬੜਾ ਚੰਗਾ ਲੱਗ ਰਿਹਾ ਹੈ, ਤੇ ਸ਼ੌਂਕ ਨਾਲ ਪਾਈ ਦੀ ਹੈ, ਤੇ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ 2 ਮਹੀਨਿਆਂ ਬਾਅਦ ਤਾਂ ਤੁਹਾਡੀ ਇੱਕ, ਜਿਵੇਂ ਕਹਿੰਦੇ ਵੀ ਸੈਕਿੰਡ ਬੋਡੀ ਹੀ ਬਣ ਜਾਂਦੀ ਹੈ। ਸਿਫਾਰਿਸ਼ਾਂ ਕਿੰਨੀਆਂ ਆਉਂਦੀਆਂ ਫਿਰ ਬੰਦੇ ਨੂੰ, ਕਹਿੰਦੇ ਕਿ ਜੀ ਫਲਾਨੀ ਥਾਂ ਸਿਫਾਰਿਸ਼ ਲਵਾ ਦਿਓ? ਨਹੀਂ, ਆਉਂਦੀ ਰਹਿੰਦੀ ਹੈ ਜੀ। ਦੇਖੋ, ਰਿਲੇਟਿਵਸ ਨੂੰ ਕੋਈ ਨਾ ਕੋਈ ਕਿਤੋਂ ਕਹਿੰਦਾ ਰਹਿੰਦਾ ਹੈ, ਤੇ ਸਾਰਿਆਂ ਨੂੰ ਉਮੀਦ ਹੁੰਦੀ ਹੈ ਕਿਸੇ ਦੀ ਸਿਫਾਰਿਸ਼ ਮੰਨੇ ਤੇ ਕਿਸੇ ਹੋਰ ਨਾਲ ਇਨਜਸਟਿਸ ਹੋ ਜਾਵੇ, ਤਾਂ ਬੈਲੈਂਸ ਕਰਕੇ ਚੱਲਣਾ ਪੈਂਦਾ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਪੈਂਦਾ। BP ਬਹੁਤ ਜ਼ਿਆਦਾ ਵਧਣ ਲੱਗ ਜਾਂਦਾ। ਜੀ। ਹੈਗੀ ਹੁੰਦੀ ਸਿਚੁਏਸ਼ਨ ਇਦਾਂ ਦੀ? ਦਿਨ ਰਾਤ ਜਦੋਂ ਅਸੀਂ ਐਵੇਂ ਦੇ ਤੱਤਾਂ ਨਾਲ ਡੀਲ ਕਰਦੇ ਹਾਂ, ਆਪਣਾ ਵੀ ਸਟ੍ਰੈਸ ਲੈਵਲ ਵੱਧਦਾ। ਐਕਸਪੈਕਟੇਸ਼ਨ ਸਮਾਜ ਦੀ ਬਹੁਤ ਜ਼ਿਆਦਾ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਤਾਂ ਪ੍ਰੈਸ਼ਰ ਕੰਮ ਦੇ ਬਹੁਤ ਵੱਧ ਗਏ, ਅਵੇਅਰਨੈਸ ਵੱਧ ਗਈ, ਉਹਦੇ ਕਰਕੇ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੈ। ਕਈ ਵਾਰ ਪੁਲਿਸ ਨੂੰ ਲੋਕ ਬਹੁਤ ਨੈਗੇਟਿਵ ਰੂਲ ਦੇ ਤੌਰ ਤੇ, ਜਦੋਂ ਪੁਲਿਸ ਵਾਲਾ ਸਾਹਮਣੇ ਤੁਰਿਆ ਜਾਂਦਾ ਹੁੰਦਾ ਤਾਂ ਕੋਈ ਕੁਛ ਕਹਿੰਦਾ, ਕੋਈ ਪੁੱਠੀ ਸਿੱਧੀਆਂ ਗੱਲਾਂ ਵੀ, ਜਦੋਂ ਕਿਤੇ ਖਾਸ ਤੌਰ ਤੇ ਕਲੈਸ਼ ਹੋਇਆ ਹੁੰਦਾ, ਇਸ ਜਿਹੜੀ ਪਰਸੈਪਸ਼ਨ ਬਣੀ ਹੋਈ ਹੈ ਪੁਲਿਸ ਦੀ ਨੈਗੇਟਿਵ, ਇਹਨੂੰ ਸੁਧਾਰਨ ਵਾਸਤੇ ਤੁਹਾਨੂੰ ਕੀ ਲੱਗਦਾ? ਤੁਸੀਂ ਕੀ ਕਰ ਸਕਦੇ ਹੋ, ਜਾਂ ਤੁਸੀਂ ਕੀ ਕਰ ਰਹੇ ਹੋ, ਜਾਂ ਕੀ ਹੋਣਾ ਚਾਹੀਦਾ? ਉਹਦੇ ਤੇ ਕੰਮ ਹੋ ਵੀ ਰਿਹਾ, ਹੋਰ ਵੀ ਕੰਮ ਕਰਨ ਦੀ ਲੋੜ ਹੈ ਕਿ ਉਹ ਜਿਹੜੀ ਜਿੰਨੀ ਡੀਲਿੰਗ ਹੋ ਰਹੀ ਹੈ, ਜਿੰਨੀ ਵੀ ਸਾਡੀ ਪਬਲਿਕ ਨਾਲ ਡਾਇਰੈਕਟ ਇੰਟਰੈਕਸ਼ਨ ਹੋ ਰਹੀ ਹੈ, ਉਹ ਫੇਅਰ ਹੋਵੇ ਜਿੰਨੀ ਜ਼ਿਆਦਾ ਹੋ ਸਕੇ। ਜਿੰਨਾ ਕੁ ਕਰਪਸ਼ਨ ਸਾਡੀ ਸੁਸਾਇਟੀ 'ਚ ਇਨਗ੍ਰੇਨਡ ਹੈ, ਉਨੀ ਕੀ ਪੁਲਿਸ 'ਚ ਵੀ ਹੁੰਦੀ ਹੈ। ਹੁਣ ਤੱਕ ਦਾ ਕਿਹੜਾ ਇਹੋ ਜਿਹਾ ਕੰਮ, ਤਕਰੀਬਨ 10 ਸਾਲ ਹੋ ਗਏ ਤੁਹਾਨੂੰ ਭਰਤੀ ਹੋਇਆ, ਕਿ ਜਿਹੜਾ ਤੁਹਾਨੂੰ ਲੱਗਦਾ ਕਿ ਆਹ ਕੰਮ ਹੁਣ ਤੱਕ ਦਾ ਬਹੁਤ ਬੈਸਟ ਕੰਮ ਕਰਦਾ? ਗ੍ਰੇਨੇਡ ਟੈਰਰਿਸਟ ਅਟੈਕ ਹੋ ਗਿਆ ਸੀ ਸਾਡੇ CIA ਸਟਾਫ ਤੇ ਉਹ ਬੜਾ ਇੱਕਦਮ, ਕਿਉਂਕਿ ਜਦੋਂ ਕੋਈ ਟੈਰਰਿਸਟ ਅਟੈਕ ਹੋ ਜਾਏ ਤਾਂ ਤੁਹਾਨੂੰ ਉਹ ਵੀ ਆਪਣੀ ਐਸਟੈਬਲਿਸ਼ਮੈਂਟ ਤੇ, ਜਿਵੇਂ ਕੋਈ ਘਰ ਤੇ ਹੀ ਅਟੈਕ ਕਰ ਦੇਵੇ,
ਆਪਣੇ ਪੁਲਿਸ ਮਹਿਕਮੇ ਲਈ ਤਾਂ ਸਾਨੂੰ ਐਵੇਂ ਹੀ ਲੱਗੇ ਵੀ ਸਾਡੇ ਘਰ ਤੇ ਆ ਕੇ ਕਿਸੇ ਨੇ ਅਟੈਕ ਕਰਤਾ, ਉਹਨੂੰ ਕਾਫੀ ਪਰਸਿਊ ਕੀਤਾ। ਇਲੈਕਸ਼ਨ ਦੇ ਦੌਰਾਨ ਇਹ ਸਾਰੇ ਜਿਹੜੇ ਅਸਲਾ ਤੇ ਐਮੂਨੀਸ਼ਨ ਵਰਤੇ ਜਾਣੇ ਸੀ, ਇਲੈਕਸ਼ਨ ਦੌਰਾਨ blast ਬਿਲਕੁਲ ਜੀ, ਕਰਨੇ। ਉਹਨਾਂ ਦੀ ਜਿਹੜੀ ਪੁੱਛਗਿੱਛ ਅੱਗੇ ਇਹੀ ਆਇਆ ਵੀ ਇਲੈਕਸ਼ਨ ਦੌਰਾਨ ਮਾਹੌਲ ਨੂੰ ਖਰਾਬ ਕੀਤਾ ਜਾਵੇ। ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਕਰਮ ਸਿੰਘ, ਹਾਜ਼ਰ ਹਾਂ ਪ੍ਰੋਗਰਾਮ ਅਫਸਰ ਲੈ ਕੇ। ਅੱਜ ਅਫਸਰ ਪ੍ਰੋਗਰਾਮ ਦੇ ਰਾਹੀਂ ਮੁਲਾਕਾਤ ਕਰਾਵਾਂਗੇ ਚੰਡੀਗੜ੍ਹ ਦੀ ਐਸਐਸਪੀ ਤੇ ਪੰਜਾਬ ਦੀ ਧੀ ਕਮਰਦੀਪ ਕੌਰ ਹੋਣਾ ਦੇ ਨਾਲ। ਕਮਰਦੀਪ ਕੌਰ ਹੋਣਾ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਸੰਘਰਸ਼ ਕਰਕੇ ਉਹ ਆਈਪੀਐਸ ਬਣੇ, ਕਿੰਨਾ ਦਾ ਸਪੋਰਟ ਰਿਹਾ, ਕਿਹੜੇ-ਕਿਹੜੇ ਚੈਲੰਜ ਆਏ, ਔਰ ਖਾਸ ਤੌਰ ਤੇ ਇੱਕ ਧੀ ਹੋਣ ਦੇ ਤੌਰ ਤੇ ਉਹ ਬਹੁਤ ਸਾਰੀਆਂ ਧੀਆਂ ਤੇ ਉਹਨਾਂ ਲੋਕਾਂ ਵਾਸਤੇ ਇੱਕ ਰੋਲ ਮਾਡਲ ਵੀ ਹੈ ਜਿਹੜੇ ਲੋਕ ਅੱਜ ਵੀ ਇਹ ਸੋਚਦੇ ਕਿ ਧੀਆਂ ਤਾਂ ਕੁਝ ਨਹੀਂ ਕਰ ਸਕਦੀਆਂ, ਜਾਂ ਜਿਹੜੇ ਲੋਕ ਅਜੇ ਵੀ ਆਪਣੀਆਂ ਧੀਆਂ ਨੂੰ ਪੜਾਉਣ ਤੋਂ ਕਤਰਾਉਂਦੇ ਆ। ਤਾਂ ਉਹਨਾਂ ਲੋਕਾਂ ਨੂੰ ਤਾਂ ਖਾਸ ਤੌਰ ਤੇ ਕਹਾਣੀ ਦੇਖਣੀ ਚਾਹੀਦੀ ਆ। ਆਓ ਲੈ ਕੇ ਚੱਲਦੇ ਆ ਚੰਡੀਗੜ੍ਹ ਐਸਐਸਪੀ ਕਮਰਦੀਪ ਕੌਰ ਹੋਣਾ ਦੇ ਕੋਲ, ਉਹਨਾਂ ਨਾਲ ਕਰਾਉਣੇ ਮੁਲਾਕਾਤ। ਮੈਂ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਦੇ ਸ਼ੋਅ ਅਫਸਰ ਦੇ ਵਿੱਚ। ਧੰਨਵਾਦ ਜੀ। ਪਹਿਲਾਂ ਤਾਂ ਮੈਂ ਇਹੋ ਜਾਣਨਾ ਚਾਹੁੰਦਾ ਹੁਣ ਤੱਕ ਦਾ ਤੁਹਾਡਾ ਸਟਰਗਲ ਭਰਿਆ ਕਿਸ ਤਰ੍ਹਾਂ ਦਾ ਜੀਵਨ ਰਿਹਾ, ਔਰ ਕਿਉਂਕਿ ਤੁਸੀਂ ਬਹੁਤ ਇੱਕ ਅਹਿਮ ਕੁਰਸੀ ਦੇ ਉੱਪਰ ਬੈਠੇ ਹੋ, ਪੂਰੇ ਚੰਡੀਗੜ੍ਹ ਦਾ ਜ਼ਿੰਮਾ ਤੁਹਾਡੇ ਮੋਢਿਆਂ ਦੇ ਉੱਪਰ ਹੈ। ਸਿਕਿਉਰਿਟੀ ਨੂੰ ਲੈ ਕੇ, ਟ੍ਰੈਫਿਕ ਨੂੰ ਲੈ ਕੇ ਚੈਲੰਜ ਭਰਿਆ ਕਿੰਨਾ ਕੁ, ਔਰ ਸੰਘਰਸ਼ ਕਿੰਨਾ ਕਰਿਆ ਇੱਥੋਂ ਤੱਕ ਪਹੁੰਚਣ ਵਾਸਤੇ, ਯਾਨੀ ਕਿ ਆਈਪੀਐਸ ਬਣਨ ਤੱਕ ਦਾ ਸੰਘਰਸ਼? ਦੇਖੋ ਜੀ, ਇਹ ਲੰਬਾ ਟਾਈਮ ਜਿਵੇਂ ਸਕੂਲ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮੇਰੀ ਸਕੂਲਿੰਗ ਮੋਹਾਲੀ ਦੀ ਹੈ। ਉਸ ਤੋਂ ਬਾਅਦ 2 ਸਾਲ ਮੈਂ ਚੰਡੀਗੜ੍ਹ 'ਚ ਵੀ ਸਕੂਲਿੰਗ ਕੀਤੀ ਹੈ। ਉਸ ਤੋਂ ਬਾਅਦ ਇੰਜੀਨੀਅਰਿੰਗ ਮੈਂ ਕੀਤੀ ਹੈ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ, ਤੇ 4 ਸਾਲ ਦੀ ਇੰਜੀਨੀਅਰਿੰਗ ਤੋਂ ਬਾਅਦ ਜਿਹੜੀ ਯੂਪੀਐਸਸੀ ਦੀ ਤਿਆਰੀ ਕੀਤੀ, ਉਹ ਦਿੱਲੀ ਜਾ ਕੇ ਕੋਚਿੰਗ ਇੰਸਟੀਚਿਊਟ 'ਚ ਐਡਮਿਸ਼ਨ ਲੈ ਕੇ ਉੱਥੇ ਕੋਚਿੰਗ ਲਿੱਤੀ ਦਿੱਲੀ, ਤੇ 2 ਸਾਲ ਦੀ ਉੱਥੇ ਮਿਹਨਤ ਤੋਂ ਬਾਅਦ ਅਤੇ ਦੂਜੇ ਅਟੈਂਪਟ ਵਿੱਚ ਮੇਰਾ ਇੱਥੇ ਸਿਲੈਕਸ਼ਨ ਹੋਇਆ। ਉਸ ਦੌਰਾਨ ਕੁਝ ਫੈਮਿਲੀ ਪ੍ਰੋਬਲਮਸ ਵੀ ਰਹੀਆਂ। ਜਦੋਂ ਮੈਂ ਕਾਲਜ ਸੀ ਮੇਰੇ ਪਿਤਾ ਜੀ ਦੀ ਮੌਤ ਹੋਈ, ਤੇ ਮੇਰੇ ਮਦਰ ਨੇ ਮੈਨੂੰ ਬੜਾ ਸਪੋਰਟ ਕੀਤਾ, ਤੇ ਪੂਰੀ ਜ਼ਿੰਦਗੀ ਦਾ ਸਟਰਗਲ ਰਹਿੰਦਾ, ਤੇ ਪਰ ਜੋ ਸਾਡੀ ਏਮ ਹੋਵੇ, ਮਿੱਥਿਆ ਹੋਵੇ, ਉਹ ਸਭ ਦੇ ਮਨ 'ਚ ਹੁੰਦਾ ਕਿ ਉਹਨੂੰ ਪੂਰਾ ਕੀਤਾ ਜਾਵੇ। ਸੋਚ ਕੇ ਧਾਰਿਆ ਹੀ ਹੋਇਆ ਸੀਗਾ ਪਹਿਲਾਂ ਵੀ ਬਸ ਆਈਪੀਐਸ ਬਣਨਾ? ਇਹ ਸ਼ੁਰੂ ਤੋਂ ਹੀ ਸੀ ਜੀ ਕਿ ਸਿਵਲ ਸਰਵਿਸਿਜ਼ 'ਚ ਜ਼ਰੂਰ ਜਾਣਾ ਹੈ, ਤੇ ਉਹਦੇ ਵੱਲ ਹੀ ਸ਼ੁਰੂ ਤੋਂ ਕੰਮ ਕੀਤਾ ਸੀ। ਤੇ ਕਾਲਜ ਤੋਂ ਬਾਅਦ ਜ਼ਿਆਦਾ ਡੈਡੀਕੇਟਿਡ ਹੋ ਕੇ ਕੰਮ ਕਰਨ ਦਾ ਮੌਕਾ ਮਿਲਿਆ, ਇਹਦੇ ਤੇ ਤਿਆਰੀ ਕਰਨ ਦਾ ਮੌਕਾ ਮਿਲਿਆ, ਤਾਂ ਉਵੇਂ ਹੋਇਆ। ਮੈਨੂੰ ਬਹੁਤ ਖੁਸ਼ੀ ਹੋਈ ਇੱਕ ਚੀਜ਼ ਜਾਣ ਕੇ ਕਿ ਜਦੋਂ ਮੈਂ ਦੇਖਿਆ ਕਿ ਤੁਸੀਂ +1 ਔਰ +2 ਸਰਕਾਰੀ ਸਕੂਲ ਤੋਂ ਕੀਤੀ ਹੈ, 11ਵੀਂ 12ਵੀਂ ਤੁਸੀਂ ਸਰਕਾਰੀ ਸਕੂਲ ਤੋਂ ਪੜ੍ਹੇ ਹੋ। ਅੱਜ ਕੱਲ੍ਹ ਤਾਂ ਸਰਕਾਰੀ ਸਕੂਲਾਂ ਬਾਰੇ ਪਰਸੈਪਸ਼ਨ ਹੀ ਲੋਕਾਂ ਦੀ ਹੋਰ ਹੈ, ਪਰ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕਰਕੇ ਔਰ ਉਸ ਤੋਂ ਬਾਅਦ ਫਿਰ ਤੁਸੀਂ ਆਈਪੀਐਸ ਬਣੇ ਔਰ ਅੱਗੇ ਲਗਾਤਾਰ ਤਿਆਰੀ ਜਾਰੀ ਰੱਖੀ। ਜੀ ਜੀ ਜੀ, ਮੈਨੂੰ ਲੱਗਦਾ ਕਿ ਐਜੂਕੇਸ਼ਨ ਜਿਹੜੀ ਹੈ ਜੀ, ਜਿਹੜੀ ਸਿੱਖਿਆ ਹੈ, ਉਹ ਨੌਲੇਜ ਦੀ ਫੈਕਟਰ ਨਹੀਂ ਹੈ, ਉਹ ਮੋਟੀਵੇਸ਼ਨ ਦਾ ਫੈਕਟਰ ਹੈ। ਜੇ ਸਾਡੇ ਟੀਚਰ ਸਾਨੂੰ ਜਾਂ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਮੋਟੀਵੇਟ ਕਰਾਂਗੇ, ਤਾਂ ਉਹ ਆਪੇ ਆਪਣੀ ਮੋਟੀਵੇਟ ਹੋ ਕੇ ਨੌਲੇਜ ਨੂੰ ਸੀਕ ਕਰਨਗੇ, ਨੌਲੇਜ ਲੈਣ ਦੀ ਕੋਸ਼ਿਸ਼ ਕਰਨਗੇ। ਸਕੂਲ 'ਚ ਆ ਕੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਬਹੁਤ ਸੌਖਾ ਹੈ ਕਿ ਇਹ ਥਿਊਰੀ ਹੈ, ਇਹ ਸਮ ਹੈ, ਇਹ ਸਵਾਲ ਹੈ, ਬਟ ਜੇ ਆਪਾਂ ਉਹਨਾਂ ਨੂੰ ਥੋੜ੍ਹਾ ਮੋਟੀਵੇਟ ਕਰੀਏ, ਉਹ ਆਪੇ ਜਿਹੜੀ ਹੁੰਦੀ ਹੈ ਪਰਸੂਟ ਆਪੇ ਹੁੰਦਾ ਨੌਲੇਜ ਵੱਲ, ਅਤੇ ਨੌਲੇਜ ਜ਼ਿਆਦਾ ਤੋਂ ਜ਼ਿਆਦਾ ਗੇਨ ਹੁੰਦੀ ਹੈ। ਅਤੇ ਜੇ ਅਸੀਂ ਇਹ ਇੰਪਾਰਟ ਕਰਾਂਗੇ ਆਪਣੀ ਜਨਰੇਸ਼ਨ 'ਚ, ਉਹਨਾਂ 'ਚ ਮੋਟੀਵੇਸ਼ਨ ਹੋਏ ਕੁਝ ਅਚੀਵ ਕਰਨ ਦੀ, ਤੇ ਆਪੇ ਹੀ ਫਿਰ ਜਿਹੜਾ ਬੱਚਾ ਆਪਣੇ ਏਮ ਵੱਲ ਤੁਰ ਪੈਂਦਾ। ਤਾਂ ਮੈਨੂੰ ਲੱਗਦਾ ਉਹ ਲਾਈਫ 'ਚ ਜੇ ਉਵੇਂ ਦੀ ਸਿੱਖਿਆ ਹੋਵੇ ਤਾਂ ਉਹ ਬਹੁਤ ਜ਼ਰੂਰੀ ਹੈ, ਤੇ ਬੜਾ ਅੱਗੇ ਤੱਕ ਬੰਦੇ ਨੂੰ ਲੈ ਕੇ ਜਾਂਦੀ ਹੈ। ਪਰ ਅੱਜ ਕੱਲ੍ਹ ਜਿਹੜੀ ਮੈਂ ਇਸ ਚੀਜ਼ ਤੇ ਜ਼ਰੂਰ ਗੱਲ ਕਰਨੀ ਚਾਹੁੰਦਾ, ਸਰਕਾਰੀ ਸਕੂਲਾਂ ਦੇ ਪ੍ਰਤੀ ਲੋਕਾਂ ਦੀ ਸੋਚ ਹੀ ਹੋ ਰਿਹਾ, ਕਿਉਂਕਿ ਅੱਜ ਕੱਲ੍ਹ ਲੋਕ ਸੋਚਦੇ ਸਰਕਾਰੀ ਸਕੂਲ ਦਾ ਮਤਲਬ ਠੀਕ ਠਾਕ ਜੀ ਬਿਲਡਿੰਗ, ਸਰਕਾਰੀ ਸਕੂਲ ਦਾ ਮਤਲਬ ਹੈ ਕਿ ਪੜ੍ਹਾਈ ਹੈ ਨਹੀਂ, ਕਿ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਬਸ ਕੰਮਕਾਜ ਕਰਾ ਕੇ ਤੋਰ ਦਿੰਦੇ ਆ। ਜੀ ਜੀ, ਇਹ ਜੀ ਜ਼ਰੂਰ ਇਹ ਧਾਰਨਾ ਜ਼ਰੂਰ ਬਣੀ ਹੋਈ ਹੈ ਬੜੀ ਦੇਰ ਤੋਂ, ਬਟ ਮੈਂ ਜਿੰਨਾ ਕੁ ਦੇਖਿਆ ਹੁਣ ਸਾਡੇ ਪੰਜਾਬ 'ਚ ਵੀ ਕਾਫੀ ਜ਼ਿਲ੍ਹਿਆਂ ਵਿੱਚ ਪੋਸਟਿੰਗ ਰਹੀ ਹੈ। ਸ਼ੁਰੂ ਤੋਂ ਪੜ੍ਹਾਈ ਦੇ ਵੇਲੇ ਤਾਂ ਅਸੀਂ ਮੋਹਾਲੀ ਰਹੇ ਹਾਂ, ਬਟ ਸਰਵਿਸ 'ਚੋਂ ਆਉਣ ਤੋਂ ਬਾਅਦ ਕਾਫੀ ਜ਼ਿਲ੍ਹਿਆਂ 'ਚ ਰਹੇ ਹਾਂ, ਤਾਂ ਕਾਫੀ ਜਗ੍ਹਾ ਦੇਖਿਆ ਕਿ ਸਰਕਾਰੀ ਸਕੂਲ ਵੀ ਬੜੀ ਅੱਛੀ ਇਨਫਰਾਸਟਰਕਚਰ ਡਿਵੈਲਪਮੈਂਟ ਹੋਈ ਹੈ ਪਿਛਲੇ ਕੁਝ ਸਾਲਾਂ 'ਚ। ਉਸ ਤੋਂ ਬਾਅਦ ਚੰਗੇ ਪ੍ਰਾਇਮਰੀ ਲੈਵਲ 'ਤੇ ਵੀ ਬੜੇ ਅੱਛੇ ਸਕੂਲ ਬਣੇ ਹੈ, ਤੇ ਸਰਕਾਰ ਵੱਲੋਂ ਵੀ ਕੰਟੀਨਿਊਸ ਐਫਰਟ ਹੋ ਰਿਹਾ ਹੈ। ਚੰਡੀਗੜ੍ਹ ਵਿੱਚ ਵੀ ਸਰਕਾਰੀ ਸਕੂਲਾਂ ਦੀ ਤੁਸੀਂ ਪੜ੍ਹਾਈ ਦਾ ਮਿਆਰ ਦੇਖੋਗੇ ਬਹੁਤ ਹਾਈ ਹੈ, ਤੇ ਬੱਚਿਆਂ ਦੇ ਬੜੇ ਅੱਛੇ ਨੰਬਰ ਆਉਂਦੇ ਹੈ। ਤਾਂ ਹਮੇਸ਼ਾ ਯੂਨੀਵਰਸਲੀ ਟਰੂ ਨਹੀਂ ਹੁੰਦਾ, ਬਟ ਜਨਰਲ ਪਰਸੈਪਸ਼ਨ ਲੋਕਾਂ ਦੀ ਇਹ ਬਣ ਜਾਂਦੀ ਹੈ। ਉਹਦੇ 'ਚ ਮੈਨੂੰ ਲੱਗਦਾ ਵੀ ਟੀਚਰਾਂ ਵੱਲੋਂ ਵੀ ਬੜਾ ਜ਼ਿਆਦਾ ਐਫਰਟ ਹੋਰ ਕਰਨ ਦੀ ਲੋੜ ਹੈ। ਇਨਫਰਾਸਟਰਕਚਰ ਦਾ ਬੜਾ ਅਸਰ ਪੈਂਦਾ, ਬੱਚਾ ਕਿਹੜੇ ਮਾਹੌਲ 'ਚ ਬੈਠ ਕੇ ਪੜ੍ਹ ਰਿਹਾ, ਉੱਥੇ ਕੀ ਉਹਨੂੰ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ,
ਸਰਕਾਰਾਂ ਵੱਲੋਂ ਤੇ ਗਵਰਨਮੈਂਟ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਪੜ੍ਹਾਈ ਕਿਸ ਤਰ੍ਹਾਂ ਦੀ ਚੀਜ਼ ਹੈ ਜੋ ਪੂਰੀ ਸੁਸਾਇਟੀ ਨੂੰ ਉੱਪਰ ਚੱਕ ਸਕਦੀ ਹੈ, ਡਿਵੈਲਪਮੈਂਟ ਦਾ ਜਿਹੜਾ ਬੇਸਿਸ ਹੈ। ਤਾਂ ਜੇ ਇਹਦੇ ਵੱਲ ਹੋਰ ਕੰਮ ਹੋਵੇ ਤਾਂ ਬਹੁਤ ਚੰਗਾ ਹੈ। 2013 ਬੈਚ ਦੇ ਵਿੱਚ ਤੁਸੀਂ ਆਏ ਹੋ, ਔਰ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਕਿ ਭਾਈ ਸਿਲੈਕਟ ਹੋ ਗਏ ਹੋ ਤੁਸੀਂ, UPSC ਕਰੈਕ ਕਰ ਲਿਆ ਐਗਜ਼ਾਮ, ਸਭ ਤੋਂ ਪਹਿਲਾਂ ਮਾਤਾ ਨੂੰ ਦੱਸਿਆ ਜਾਂ ਪਰਿਵਾਰ ਦੇ ਵਿੱਚ ਕਿਸੇ ਹੋਰ ਨੂੰ ਦੱਸਿਆ ਸੀ? ਮੈਨੂੰ ਹਲੇ ਵੀ ਯਾਦ ਹੈ ਜੀ, ਉਸ ਦਿਨ ਹਲੇ ਰਿਜ਼ਲਟ ਆਣਾ ਸੀ, ਸਾਨੂੰ ਉਮੀਦ ਸੀ ਕਿ ਅੱਜ 1-2 ਦਿਨ ਚ ਆ ਜਾਏਗਾ, ਤੇ ਮੈਂ ਘਰ ਸੀ, ਇਕੱਲੀ ਸੀ, ਤੇ ਮੈਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡਾ ਅਸੀਂ ਲਿਸਟ ਦੇਖਿਆ ਤੇ ਤੁਹਾਡਾ ਨਾਮ ਉਸ ਚ ਉਹਨਾਂ ਨੇ ਕੰਗ੍ਰੈਚੁਲੇਟ ਕੀਤਾ। ਤੇ ਇਮੀਡੀਏਟਲੀ ਆਬਵੀਅਸਲੀ ਮੈਂ ਸਭ ਤੋਂ ਪਹਿਲੇ ਆਪਣੇ ਮਦਰ ਨੂੰ ਫੋਨ ਕੀਤਾ, ਤੇ ਉਹ ਆਪਣੇ ਆਫਿਸ ਚ ਸੀ ਉਦੋਂ, ਤੇ ਉਹ ਬੜੇ ਖੁਸ਼ ਹੋਏ। ਤੇ ਉੱਥੋਂ ਫਿਰ ਸਿੱਧਾ ਘਰ ਆਏ, ਫਿਰ ਬਾਕੀ ਸਾਰੇ ਰਿਲੇਟਿਵਸ ਜਿਹਨਾਂ ਨੂੰ ਪਤਾ ਲੱਗਿਆ, ਰਿਸ਼ਤੇਦਾਰ ਸਾਰੇ ਵਧਾਈ ਦੇਣ ਆਏ, ਤੇ ਬੜਾ ਚੰਗਾ ਲੱਗਿਆ ਉਹਨਾਂ ਨੂੰ ਵੀ, ਪੇਰੈਂਟਸ ਨੂੰ ਵੀ। ਫਿਰ ਉਸ ਤੋਂ ਬਾਅਦ ਬੰਦੇ ਦਾ ਪੂਰੀ ਪਰਸੈਪਸ਼ਨ, ਨੇਚਰ ਵੀ ਬਦਲ ਜਾਂਦਾ ਵੀ ਹੁਣ ਸਾਡੀ ਧੀ ਤਾਂ ਅਫਸਰ ਬਣ ਗਈ ਹੈ। ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ ਜੀ। ਹਾਂ, ਇਸ ਤਰ੍ਹਾਂ ਦਾ ਹੋਇਆ ਨਹੀਂ, ਕਿਉਂਕਿ ਮੈਨੂੰ ਲੱਗਦਾ ਵੀ ਆਪਾਂ ਇੰਨੀ ਮਿਹਨਤ ਕਰਕੇ ਇੱਥੇ ਆਏ ਹਾਂ, ਤੇ ਜਦੋਂ ਇੰਨੀ ਮਿਹਨਤ ਕੀਤੀ ਹੁੰਦੀ ਹੈ, 2 ਸਾਲ ਦਾ ਪੂਰਾ ਸਟਰਗਲ ਹੁੰਦਾ ਹੈ, ਤੇ ਹੱਡ ਬੀਤੀ ਹੀ ਬੰਦੇ ਨੂੰ ਪਤਾ ਹੁੰਦੀ ਹੈ। ਤੇ ਉਸ ਤੋਂ ਬਾਅਦ ਕਿਉਂਕਿ ਇੰਨੀ ਮਿਹਨਤ ਕਰਕੇ ਆਇਆ, ਕਿਤੇ ਨਾ ਕਿਤੇ ਆਪਣਾ ਗਰਾਊਂਡਡ ਫੀਲਿੰਗ ਵੀ ਹੁੰਦੀ ਹੈ, ਤਾਂ ਸਿਰਫ ਸ਼ੁਕਰਾਨੇ ਦੀ ਫੀਲਿੰਗ ਸੀ। ਤੇ ਇਹ ਸੀ ਹੁਣ ਇੰਨੀ ਮਿਹਨਤ ਕਰਕੇ ਆਇਆ ਤਾਂ ਕੁਝ ਜ਼ਰੂਰ ਚੰਗਾ ਕੰਮ ਕਰਨਾ ਚਾਹੀਦਾ ਹੈ, ਤੇ ਉਸੇ ਮਕਸਦ ਨਾਲ ਹਮੇਸ਼ਾ ਤੋਂ ਕੰਮ ਕਰਨ ਦੀ ਕੋਸ਼ਿਸ਼ ਰੱਬ ਕੀਤੀ ਨੂੰ ਵਾਵਾ ਹੈ। ਮੰਨਦੇ ਹੋ? ਬਿਲਕੁਲ ਜੀ, ਜਿਹੜਾ ਆਪਣੇ ਸਪਿਰਿਚੁਅਲ ਲੈਵਲ ਤੇ ਆਪਣੀ ਸਾਰਿਆਂ ਦੀ ਮੰਨਣਾ ਹੁੰਦਾ ਹੈ, ਤੇ ਮੈਂ ਵੀ ਮੰਨਦੀ ਹਾਂ। ਕਿਉਂਕਿ ਤੁਸੀਂ ਸ਼ੁਕਰਾਨੇ ਦਾ ਜ਼ਿਕਰ ਕੀਤਾ, ਉੱਥੋਂ ਮੇਰੇ ਦਿਮਾਗ ਦੇ ਵਿੱਚ ਨਹੀਂ ਬਿਲਕੁਲ ਗ੍ਰੈਟੀਟਿਊਡ ਦੀ ਫੀਲਿੰਗ, ਸ਼ੁਕਰਾਨੇ ਦੀ ਫੀਲਿੰਗ ਜ਼ਰੂਰ ਹੈ, ਕਿਉਂਕਿ ਪਰਮਾਤਮਾ ਦੀ ਦੇਣ ਹੁੰਦੀ ਹੈ। ਆਪਣਾ ਇੰਨਾ ਸਾਨੂੰ ਕੇਪੇਬਲ ਬਣਾਇਆ, ਰਿਸੋਰਸਿਸ ਦੀ ਵੀ ਬੜੀ ਅਹਿਮੀਅਤ ਹੈ। ਬਚਪਨ 'ਚ ਕਿਤੇ ਚੰਗੇ ਸਕੂਲ 'ਚ ਪੜ੍ਹਾਇਆ ਗਿਆ, ਸਾਨੂੰ ਰਿਸੋਰਸਿਸ ਆਏ, ਐਵੇਂ ਦਾ ਮਾਹੌਲ ਬਣਿਆ ਜਿੱਥੇ ਅਸੀਂ ਮਿਹਨਤ ਕਰ ਸਕੀਏ, ਤਾਂ ਉਹ ਪਰਮਾਤਮਾ ਦੀ ਮਿਹਰ ਹੀ ਹੁੰਦੀ ਹੈ ਜੀ। ਜਦੋਂ ਪਹਿਲੀ ਵਾਰ ਵਰਦੀ ਪਾ ਕੇ ਔਰ ਤੁਸੀਂ ਡਿਊਟੀ ਜੁਆਇਨ ਕਰਨੀ ਸੀਗੀ, ਉਦੋਂ ਉਹ ਫੀਲ ਕੀ ਸੀਗਾ? ਉਹ ਜਦੋਂ ਹੁਣ ਤਾਂ ਗੱਲ ਬਣ ਗਈ ਹੈ ਔਰ ਵਰਦੀ ਪਾਈ ਜੱਜ ਵੀ ਰਹੀ ਹੈ। ਉਹ ਅਸੀਂ ਜਦੋਂ ਅਕੈਡਮੀ ਜਾਂਦੇ ਹਾਂ ਜੀ, ਸਾਡੇ IPS ਦੀ ਟ੍ਰੇਨਿੰਗ ਹੁੰਦੀ ਹੈ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ 'ਚ, ਤੇ ਉੱਥੇ ਜਦੋਂ ਜਾਈਦਾ ਪਹਿਲੇ ਹਫਤੇ 'ਚ ਸਾਡੀ ਸਾਰੀ ਇੱਕ ਤਾਂ ਓਰੀਐਂਟੇਸ਼ਨ ਹੁੰਦੀ ਹੈ ਇੱਕ ਤਰ੍ਹਾਂ ਨਾਲ, ਦੂਜੇ ਸਾਡੇ ਤੋਂ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਕਰਾ ਕੇ ਦੇਖੇ ਜਾਂਦੇ ਕਿ ਫਿਜ਼ੀਕਲ ਲੈਵਲ ਤੇ ਤੁਸੀਂ ਕਿੰਨੇ ਕੁ ਕੇਪੇਬਲ ਹੋ, ਤਾਂ ਕਿ ਹਰ ਬੱਚੇ ਦੇ ਹਿਸਾਬ ਨਾਲ ਹੀ ਟ੍ਰੇਨਿੰਗ ਕਰਾਈ ਜਾਵੇ। ਤੇ ਉਦੋਂ ਫਿਰ ਪਹਿਲੇ ਹਫਤੇ 'ਚ ਮਿਣਤੀ ਵੀ ਲੈਂਦੇ ਆ ਵਰਦੀਆਂ ਬਣਨ ਦੀ, ਤੇ 1-2 ਹਫਤੇ ਲੱਗਦੇ ਆ, ਤੇ ਉਸ ਤੋਂ ਬਾਅਦ ਸਾਰਿਆਂ ਨੂੰ ਇਕੱਠੇ ਵਰਦੀ ਮਿਲਦੀ ਹੈ। ਤੇ ਉਸ ਟਾਈਮ ਬੜੀ ਐਕਸਾਈਟਮੈਂਟ ਹੁੰਦੀ ਹੈ ਕਿ ਪਹਿਲੀ ਵਾਰ ਵਰਦੀ ਪਾਵਾਂਗੇ, ਕਿਵੇਂ ਦੇ ਲੱਗਾਂਗੇ, ਕਿਉਂਕਿ ਸਿਵਿਲੀਅਨ ਇੱਕ ਜਦੋਂ ਯੂਨੀਫਾਰਮ ਸਰਵਿਸ 'ਚ ਜਾਂਦਾ ਹੈ ਤਾਂ ਅਲੱਗ ਜਿਹੀ ਫੀਲਿੰਗ ਹੁੰਦੀ ਹੈ। ਤੇ ਉਸ ਤੋਂ ਬਾਅਦ ਬੜੇ ਦਿਨ ਪਹਿਲੇ ਤਾਂ ਲੱਗਦਾ ਵੀ ਬੜਾ ਚੰਗਾ ਲੱਗ ਰਿਹਾ ਹੈ, ਤੇ ਸ਼ੌਂਕ ਨਾਲ ਪਾਈਦੀ ਹੈ। ਤੇ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ 2 ਮਹੀਨਿਆਂ ਬਾਅਦ ਤਾਂ ਤੁਹਾਡੀ ਇੱਕ, ਜਿਵੇਂ ਕਹਿੰਦੇ ਵੀ ਸੈਕਿੰਡ ਬੋਡੀ ਹੀ ਬਣ ਜਾਂਦੀ ਹੈ ਵਰਦੀ, ਤੇ ਉਹਦੇ 'ਚ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ। ਹੁਣ ਜਦੋਂ ਦਫ਼ਤਰ ਆਉਂਦੇ ਆ ਤਾਂ ਵਰਦੀ 'ਚ ਜ਼ਿਆਦਾ ਕੰਫਰਟੇਬਲ ਹੁੰਦਾ ਹੈ, ਜੇ ਸਿਵਲ ਡਰੈਸ 'ਚ ਆ ਜਾਈਏ ਤਾਂ ਔਖਾ ਲੱਗਦਾ, ਥੋੜ੍ਹਾ ਜਿਹਾ ਅਜੀਬ ਲੱਗਦਾ, ਕਿਉਂਕਿ ਉਹ ਸੈਕਿੰਡ ਨੇਚਰ ਬਣ ਜਾਂਦੀ ਹੈ। ਵਰਦੀ ਪਾ ਕੇ ਬੰਦੇ ਦੀ ਬੋਡੀ ਲੈਂਗੁਏਜ ਵੀ ਚੇਂਜ ਹੁੰਦੀ ਹੈ, ਇੱਕ ਰਿਸਪੌਂਸਿਬਿਲਿਟੀ ਦੀ ਫੀਲਿੰਗ ਵੀ ਹੁੰਦੀ ਹੈ ਹਮੇਸ਼ਾ ਕਿ ਆਪਾਂ ਇੱਕ ਕੋਈ ਜ਼ਿੰਮੇਵਾਰੀ ਵਾਲੀ ਸਾਨੂੰ ਨੌਕਰੀ ਮਿਲੀ। ਪਰ ਮਾਤਾ ਜੀ ਹੁਣਾਂ ਕੋਲ, ਜਾਂ ਫਿਰ ਜਿਵੇਂ ਹੁਣ ਤੁਹਾਡੇ ਫੈਮਿਲੀ ਮੋਹਾਲੀ ਰਹਿੰਦੀ ਹੈ, ਕਿ ਸਿਫਾਰਿਸ਼ਾਂ ਕਿੰਨੀਆਂ ਕੁ ਆਉਂਦੀਆਂ ਫਿਰ ਬੰਦੇ ਨੂੰ, ਕਹਿੰਦੇ ਕਿ ਜੀ ਫਲਾਨੀ ਥਾਂ ਸਿਫਾਰਿਸ਼ ਲਵਾ ਦਿਓ? ਨਹੀਂ, ਆਉਂਦੀ ਰਹਿੰਦੀ ਹੈ ਜੀ। ਦੇਖੋ, ਰਿਲੇਟਿਵਸ ਨੂੰ ਕੋਈ ਨਾ ਕੋਈ ਕਿਤੋਂ ਕਹਿੰਦਾ ਰਹਿੰਦਾ ਹੈ, ਤੇ ਸਾਰਿਆਂ ਨੂੰ ਉਮੀਦ ਹੁੰਦੀ ਹੈ, ਬਟ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਦੇ ਹਾਂ, ਸਾਡੇ ਤੇ ਵੀ ਚੈੱਕਸ ਐਂਡ ਬੈਲੈਂਸਿਸ ਆ ਸਾਰੇ। ਤੇ ਕੋਸ਼ਿਸ਼, ਜਿਵੇਂ ਮੈਂ ਪਹਿਲੇ ਕਿਹਾ ਵੀ ਇੰਨੀ ਮਿਹਨਤ ਕਰਕੇ ਜਦੋਂ ਆਇਆ, ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਇਨਸਾਫ ਹੋਏ ਸਾਰਿਆਂ ਨਾਲ। ਸਿਫਾਰਿਸ਼ ਤਾਂ ਕਦੀ ਆ ਜਾਂਦੀ ਹੈ, ਕਈ ਵਾਰ ਇਹ ਨਾ ਹੋਵੇ ਕਿਸੇ ਦੀ ਸਿਫਾਰਿਸ਼ ਮੰਨਣ ਤੇ ਕਿਸੇ ਹੋਰ ਨਾਲ ਇੰਜਸਟਿਸ ਹੋ ਜਾਵੇ, ਤਾਂ ਬੈਲੈਂਸ ਕਰਕੇ ਚੱਲਣਾ ਪੈਂਦਾ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਪੈਂਦਾ। ਤੇ ਮੈਨੂੰ ਲੱਗਦਾ ਉਵੇਂ ਹੀ ਠੀਕ ਰਹਿੰਦਾ ਕਿ ਸਾਰਿਆਂ ਵਾਸਤੇ ਫੇਅਰਨੈਸ ਦਾ ਮੌਕਾ ਮਿਲੇ। ਅਸੀਂ ਵੀ ਜਦੋਂ ਭਰਤੀ ਹੋਏ ਹਾਂ, ਜੇ ਫੇਅਰ ਸਿਸਟਮ ਨਾ ਹੁੰਦਾ ਤਾਂ ਅਸੀਂ ਨਹੀਂ ਹੋ ਸਕਦੇ ਸੀ, ਤਾਂ ਉਹੀ ਸੋਚ ਲੈ ਕੇ ਅੱਗੇ ਚੱਲਣਾ ਚਾਹੀਦਾ। ਪਰ ਜਿਵੇਂ ਕਈ ਵਾਰ ਇਹ ਹੁੰਦਾ, ਕਈ ਵਾਰ ਪ੍ਰੈਸ਼ਰ ਹੀ ਇਦਾਂ ਦਾ ਹੋ ਜਾਂਦਾ, ਕੋਈ ਭਤੀਜਾ ਐ ਕਹਿੰਦਾ, ਭਤੀਜੀ ਐ ਕਹਿੰਦਾ ਵੀ ਭੂਆ ਜੀ ਹੁਣ ਤਾਂ ਇਹ ਕੰਮ ਕਰਨਾ ਹੀ ਪਊਗਾ ਮੇਰੇ ਅੱਗੇ ਲੱਗ ਕੇ। ਨਹੀਂ, ਉਹ ਮੈਂ ਫੇਰ ਉਵੇਂ ਹੀ, ਹੋਇਆ ਕਦੇ ਇਦਾਂ ਦਾ ਚਾਂਸ ਕਿ ਨਹੀਂ, ਕਈ ਵਾਰ ਜਿਵੇਂ ਮੈਂ ਕਿ ਸਿਫਾਰਿਸ਼ਾਂ ਜ਼ਰੂਰ ਆਉਂਦੀ ਰਹਿੰਦੀਆਂ, ਐਕਸਪੈਕਟੇਸ਼ਨ ਹੁੰਦੀਆਂ ਰਿਸ਼ਤੇਦਾਰਾਂ ਦੀਆਂ, ਵੀ ਸਾਡੇ ਘਰ ਦੀ ਧੀ ਹੈ ਭਾਈ, ਕੁੜੀ ਹੈ, ਕਹਿ ਲੈਣੇ ਕੋਈ ਨਹੀਂ। ਹਾਂਜੀ। ਤੇ ਮੈਨੂੰ ਲੱਗਦਾ ਕਿਤੇ ਰੈਸ਼ਨਲ ਲੈਵਲ ਤੇ ਜੇ ਉਹਨਾਂ ਨੂੰ ਵੀ ਸਮਝਾ ਦਿਓ ਵੀ ਇਹ ਠੀਕ ਹੈ, ਇਹ ਗਲਤ ਹੈ, ਉਸ ਤੋਂ ਬਾਅਦ ਕੋਈ ਜ਼ਿਆਦਾ ਉਹ ਨਹੀਂ ਕਰਦਾ। ਜਿਹੜੇ ਠੀਕ ਕੰਮ ਹੈ ਉਹ ਵੈਸੇ ਵੀ ਕਦੀ ਰੁਕਦਾ ਨਹੀਂ ਕਿਸੇ ਦਾ, ਤੇ ਗਲਤ ਕੰਮ ਅਸੀਂ ਕਰ ਹੀ ਨਹੀਂ ਸਕਦੇ। ਤੇ ਜੇ ਕਿਸੇ ਨੂੰ ਮੈਰਿਟਸ ਤੇ ਵੀ ਕਿਸੇ ਨੂੰ ਸਮਝਾਓ ਤਾਂ ਬਹੁਤਾ ਸਮਝ ਜਾਂਦੇ ਆ ਕੋਈ ਜ਼ਿਆਦਾ। ਮੈਂ ਹੁਣ ਤੱਕ ਦਾ ਕਿਹੜਾ ਇਹੋ ਜਿਹਾ ਕੰਮ, ਤਕਰੀਬਨ 10 ਸਾਲ ਹੋ ਗਏ ਤੁਹਾਨੂੰ ਭਰਤੀ ਹੋਇਆ, ਕਿ ਜਿਹੜਾ ਤੁਹਾਨੂੰ ਲੱਗਦਾ ਕਿ ਆਹ ਕੰਮ ਹੁਣ ਤੱਕ ਦਾ ਬਹੁਤ ਬੈਸਟ ਕੰਮ ਕਰਤਾ? ਜਿਵੇਂ ਕਈ ਤੁਸੀਂ ਐਕਸ਼ਨ ਬਰੀਫ ਕੀਤੇ, ਕਿ ਕਈ ਐਕਸ਼ਨ ਵੱਡੇ ਹੋਏ, ਕਈ ਮੋਡਿਊਲ ਬ੍ਰੇਕ ਕੀਤੇ। ਜੀ ਕਾਫੀ ਜੀ, ਪੂਰੇ ਹੁਣ ਕਿਉਂਕਿ 10 ਸਾਲ ਦਾ ਕਰੀਅਰ ਹੋ ਗਿਆ, ਅਲੱਗ-ਅਲੱਗ ਜ਼ਿਲ੍ਹੇ 'ਚ ਅਲੱਗ-ਅਲੱਗ ਚੈਲੰਜਸ ਆਉਂਦੇ ਰਹੇ,
ਤੇ ਕੋਈ ਹਰ ਜਿਵੇਂ ਹਰ ਜਗ੍ਹਾ ਜਿੱਥੇ ਪੋਸਟਿੰਗ ਹੁੰਦੀ ਹੈ ਅਲੱਗ ਤਰ੍ਹਾਂ ਦਾ ਸੋਸ਼ਲ ਸਟਰਕਚਰ ਹੁੰਦਾ ਹੈ, ਅਲੱਗ ਤਰ੍ਹਾਂ ਦੀ ਪ੍ਰੋਬਲਮਸ ਹੁੰਦੀਆਂ ਹੈ ਹਰ ਜ਼ਿਲ੍ਹੇ ਦੀ। ਹਾਲਾਂਕਿ ਸਾਰਾ ਪੰਜਾਬ ਇੱਕੋ ਹੈ ਬਟ ਹਰ ਜ਼ਿਲ੍ਹੇ ਦੀ ਬੋਲੀ 'ਚ ਫਰਕ ਹੈ, ਭਾਸ਼ਾ 'ਚ ਫਰਕ ਹੈ, ਉਸ ਤੋਂ ਬਾਅਦ ਕਲਚਰ ਸੋਸਾਈਟਲ ਸਟਰਕਚਰ 'ਚ ਫਰਕ ਹੈ, ਤੇ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਚੈਲੰਜਸ ਆਉਂਦੇ ਹੈ। ਨਵਾਂ ਸ਼ਹਿਰ ਮੈਨੂੰ ਯਾਦ ਹੈ ਮੈਂ ਹਲੇ ਜੁਆਇਨ ਕੀਤਾ ਸੀ 2021 ਦੀ ਗੱਲ ਹੈ, ਤੇ ਮੇਰੇ ਜਾਂਦੇ ਹੀ ਉੱਥੇ ਇੱਕ ਗ੍ਰੇਨੇਡ ਟੈਰਰਿਸਟ ਅਟੈਕ ਹੋ ਗਿਆ ਸੀ ਸਾਡੇ CIA ਸਟਾਫ ਤੇ ਉਹ ਬੜਾ ਇੱਕਦਮ, ਕਿਉਂਕਿ ਜਦੋਂ ਕੋਈ ਟੈਰਰਿਸਟ ਅਟੈਕ ਹੋ ਜਾਏ ਤਾਂ ਤੁਹਾਨੂੰ ਉਹ ਵੀ ਆਪਣੀ ਐਸਟੈਬਲਿਸ਼ਮੈਂਟ ਤੇ ਜਿਵੇਂ ਕੋਈ ਘਰ ਤੇ ਹੀ ਅਟੈਕ ਕਰ ਦੇਵੇ, ਆਪਣੇ ਪੁਲਿਸ ਮਹਿਕਮੇ ਲਈ ਤਾਂ ਸਾਨੂੰ ਐਵੇਂ ਹੀ ਲੱਗੇ ਵੀ ਸਾਡੇ ਘਰ ਤੇ ਆ ਕੇ ਕਿਸੇ ਨੇ ਅਟੈਕ ਕਰਤਾ। ਉਹਨੂੰ ਕਾਫੀ ਪਰਸਿਊ ਕੀਤਾ, ਉਸ ਤੋਂ ਬਾਅਦ ਉਹ ਕੇਸ ਹੱਲ ਵੀ ਹੋਏ, ਤਕਰੀਬਨ 18-20 ਅੱਤਵਾਦੀ ਅਸੀਂ ਫੜੇ ਤੇ ਵੱਡੀ ਮਾਤਰਾ 'ਚ ਉਹਨਾਂ ਤੋਂ ਅਸਲਾ, ਐਮੂਨੀਸ਼ਨ, RDX, ਗ੍ਰੇਨੇਡ ਉੱਥੇ ਰਿਕਵਰ ਹੋਏ। ਤਾਂ ਉਹ ਕਾਫੀ ਵੱਡਾ ਜਿਹੜਾ ਮੈਨੂੰ ਲੱਗਦਾ ਵੱਡੇ ਲੈਵਲ ਤੇ ਕੰਮ ਹੋਇਆ ਸੀ। ਉਸ ਤੋਂ ਬਾਅਦ ਇਲੈਕਸ਼ਨ ਦੇ ਦੌਰਾਨ ਇਹ ਸਾਰੇ ਜਿਹੜੇ ਅਸਲਾ ਤੇ ਐਮੂਨੀਸ਼ਨ ਵਰਤੇ ਜਾਣੇ ਸੀ, ਤਾਂ ਮੈਨੂੰ ਲੱਗਦਾ ਕਾਫੀ ਵੱਡੇ ਲੈਵਲ ਤੇ ਪ੍ਰੀਵੈਂਟ ਵੀ ਹੋਏ ਜਿਹੜੇ ਫਿਊਚਰ ਟੈਰਰਿਸਟ ਅਟੈਕਸ। ਉਹਨਾਂ ਨੇ ਇਲੈਕਸ਼ਨ ਦੌਰਾਨ ਬਲਾਸਟ ਬਿਲਕੁਲ ਜੀ, ਉਹਨਾਂ ਦੀ ਜਿਹੜੀ ਪੁੱਛਗਿੱਛ ਅੱਗੇ ਇਹੀ ਆਇਆ ਵੀ ਇਲੈਕਸ਼ਨ ਦੌਰਾਨ ਮਾਹੌਲ ਨੂੰ ਖਰਾਬ ਕੀਤਾ ਜਾਵੇ ਤੇ ਕਿਸੇ ਨਾ ਕਿਸੇ ਤਰ੍ਹਾਂ ਪੀਸ, ਲਾਅ ਐਂਡ ਆਰਡਰ ਨੂੰ ਪੂਰੇ ਪੰਜਾਬ ਦੇ ਨੂੰ ਖਰਾਬ ਕੀਤਾ ਜਾਵੇ। ਕਦੋਂ ਦੀ ਗੱਲ ਦੱਸ ਰਹੇ ਹੋ ਤੁਸੀਂ? ਇਹ 2022 ਦੀ ਇਲੈਕਸ਼ਨ ਤੋਂ ਬਿਲਕੁਲ ਪਹਿਲੇ ਦੀ, ਜਦੋਂ ਇਹ 2-3 ਵੱਡੇ ਮੋਡਿਊਲ ਅਸੀਂ ਉੱਥੇ ਬ੍ਰੇਕ ਕੀਤੇ ਤੇ ਉਹਨਾਂ 'ਚ ਜਿਸ ਤਰ੍ਹਾਂ ਪਠਾਨਕੋਟ ਆਰਮੀ ਬੇਸ ਅਟੈਕ ਸੀ ਉਹ ਵੀ ਉਹਦੇ 'ਚ ਟਰੇਸ ਹੋਇਆ, ਤੇ ਜਿਹੜੇ ਅਟੈਕ ਕਰ ਚੁੱਕੇ ਸੀ ਉਹਨਾਂ ਨੂੰ ਵੀ ਫੜਿਆ ਤੇ ਜਿਹੜੇ ਅੱਗੇ ਕਰਨ ਵਾਲੇ ਸੀ ਉਹਨਾਂ ਨੂੰ ਵੀ ਅਸੀਂ ਫੜਿਆ। ਤਾਂ ਕਦੇ ਐ ਹੋਇਆ ਕਿ ਆਮੋ ਸਾਹਮਣੇ, ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਤੁਸੀਂ ਬਾਰਡਰ ਏਰੀਆ ਦੇ ਵਿੱਚ ਹੀ ਰਹੇ ਹੋ, ਬਾਰਡਰ ਏਰੀਆ ਤੇ ਬਹੁਤ ਜ਼ਿਆਦਾ ਇਹ ਹੈ ਕਿ ਡਰੋਨ ਦੀ ਐਕਟੀਵਿਟੀਜ਼ ਜਾਂ ਤਸਕਰੀ, ਭਾਵੇਂ ਨਸ਼ੇ ਦੀ ਹੋਵੇ ਚਾਹੇ ਅਸਲੇ ਦੀ ਹੋਵੇ, ਉਹ ਉੱਥੇ ਕੋਈ ਇਸ ਤਰ੍ਹਾਂ ਦਾ ਬਣਿਆ ਕਦੇ ਆਮੋ ਸਾਹਮਣੇ ਟਾਕਰਾ? ਮੈਂ ਬਾਰਡਰ ਏਰੀਆ 'ਚ ਫਿਰੋਜ਼ਪੁਰ ਪੋਸਟਡ ਰਹੀ ਹਾਂ ਜੀ, ਤੇ ਉੱਥੇ ਡਰੋਨ ਦੀ ਜਿਹੜੀ ਸਮੱਸਿਆ ਹੁਣ ਰੀਸੈਂਟ ਟਾਈਮ 'ਚ ਬਣੀ ਹੋਈ ਹੈ, ਤੇ ਕਿਉਂਕਿ ਬਾਰਡਰ ਦੀ ਫੈਂਸਿੰਗ ਹੋਣ ਨਾਲ, ਕੰਡਿਆਲੀ ਤਾਰ ਹੋਣ ਨਾਲ ਜਿਹੜਾ ਮਨੁੱਖੀ ਤਸਕਰੀ ਰੁਕ ਗਈ, ਬਟ ਹੁਣ ਨਵੀਂ ਟੈਕਨੋਲੋਜੀ ਆਉਣ ਨਾਲ ਡਰੋਨ ਦੇ ਰਾਹੀਂ ਤਸਕਰੀ ਸ਼ੁਰੂ ਹੋ ਗਈ। ਕਾਫੀ ਵੱਡੇ ਲੈਵਲ ਤੇ ਪੰਜਾਬ ਪੁਲਿਸ ਵੱਲੋਂ ਕੋਸ਼ਿਸ਼ਾਂ ਵੀ ਕੀਤੀ ਜਾ ਰਹੀਆਂ ਹੈ। ਸਾਡੀ ਐਕਸਟਰਾ ਡਿਪਲੋਇਮੈਂਟ ਉੱਥੇ ਰਹਿੰਦੀ ਸੀ, ਰਾਤ ਨੂੰ ਸਾਡੀ ਸਪੈਸ਼ਲ ਫੋਰਸ ਉੱਥੇ ਲੱਗਦੀ ਸੀ, ਤੇ BSF ਦੇ ਨਾਲ ਨਾਲ ਪੰਜਾਬ ਪੁਲਿਸ ਵੀ ਆਪਣੀ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਡਿਪਲੋਏ ਕਰਕੇ ਅਸੀਂ ਕਾਫੀ ਇਹਦੇ ਤੇ ਚੈੱਕ ਰੱਖਦੇ ਸੀ। ਬਟ ਰਾਤ ਨੂੰ ਧੁੰਦਾਂ 'ਚ ਕੋਈ ਐਸੇ ਮਾਹੌਲ ਹੁੰਦੇ, ਉਹਨਾਂ 'ਚ ਸ਼ਰਾਰਤ ਕੋਈ ਨਾ ਕੋਈ ਕਰ ਹੀ ਜਾਂਦਾ ਹੈ, ਤੇ ਉਹਨੂੰ ਵੀ ਕੰਟਰੋਲ ਕਰਨ ਲਈ ਬੜੇ ਐਫਰਟ ਹੁੰਦੇ ਆ। ਬਟ ਇੱਕ ਅਗੇਨ ਜਿਵੇਂ ਅਸੀਂ ਕਹਿੰਦੇ ਆ ਬਦਲਦੇ ਟਾਈਮ ਨਾਲ ਅਲੱਗ-ਅਲੱਗ ਚੈਲੰਜਸ ਆਉਂਦੇ ਰਹਿੰਦੇ ਆ, ਤਾਂ ਵੱਡਾ ਚੈਲੰਜ ਹੈ ਜਿਹਦੇ ਪ੍ਰਤੀ ਹੁਣ ਨਵੀਂ ਟੈਕਨੋਲੋਜੀ ਵੀ ਡਿਵੈਲਪ ਹੋ ਰਹੀ ਹੈ ਤੇ ਪੰਜਾਬ ਪੁਲਿਸ ਵੀ ਆਪਣੀ ਕੋਸ਼ਿਸ਼ਾਂ ਜਾਰੀ ਹੈ, ਤਾਂ ਉੱਥੇ ਵੀ ਇਸ ਤਰ੍ਹਾਂ ਦੀ ਸਟਰਗਲਸ ਅਲੱਗ-ਅਲੱਗ ਆਉਂਦੀ ਰਹਿੰਦੀਆਂ ਸੀ। ਫੈਮਿਲੀ ਦੇ ਵਿੱਚ ਜਦੋਂ ਕਿਤੇ ਗਏ ਔਰ ਪਿੱਛੋਂ ਮਾਤਾ ਹੁਣੀ ਫਿਕਰ ਹੁਣ ਵੀ ਕਰਦੇ ਆ, ਜਾਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਆਪਦੇ ਹਿਸਾਬ ਨਾਲ ਉਹਨਾਂ ਨੇ? ਨਹੀਂ, ਬਿਲਕੁਲ ਕਰਦੇ ਆ ਜੀ। ਜਿਵੇਂ ਕਈ ਵਾਰ ਹੋਦਾ ਜਾਂਦਾ ਸੀ ਰਾਤ ਨੂੰ ਲੇਟ ਹੋ ਗਏ ਤੇ ਪਿੱਛੋਂ ਬੇਟਾ ਇਕੱਲਾ ਘਰ ਹੁੰਦਾ ਹੈ, ਕਈ ਵਾਰ ਮਾਤਾ ਜੀ ਨੂੰ ਕਹਿ ਦਈਦਾ ਵੀ ਤੁਸੀਂ ਆ ਜਾਓ ਘਰ, ਕਿਉਂਕਿ ਮੈਂ ਘਰ ਪਹੁੰਚ ਨਹੀਂ ਸਕਦੀ। ਫੈਮਿਲੀ ਦੀ ਸਪੋਰਟ ਹੋਣੀ ਬੜੀ ਜ਼ਰੂਰੀ ਹੈ, ਸਪੈਸ਼ਲੀ ਐਵੇਂ ਦੀ ਨੌਕਰੀ 'ਚ ਜਿੱਥੇ ਕੋਈ ਟਾਈਮ ਨਹੀਂ ਹੈ, ਕਿਤੇ ਵੀ ਕੋਈ ਐਮਰਜੈਂਸੀ ਆ ਸਕਦੀ ਹੈ। ਫਿਰੋਜ਼ਪੁਰ ਜਦੋਂ ਮੈਂ ਪੋਸਟਡ ਸੀ ਉੱਥੇ ਕਾਫੀ ਵੱਡਾ ਉੱਥੇ ਜ਼ੀਰਾ ਮੋਰਚਾ ਲੱਗਿਆ ਸੀ, ਉੱਥੇ ਸਾਡੀ ਮੈਨੂੰ ਯਾਦ ਹੈ 1 ਮਹੀਨਾ ਅਸੀਂ ਰਾਤ ਕਈ ਵਾਰ ਘਰ ਸਿਰਫ 2 ਘੰਟੇ ਜਾਈਦਾ ਦਿਨ 'ਚ, ਤੇ ਉਦੋਂ ਫਿਰ ਉਹ ਬੜਾ ਫਿਕਰ ਕਰਦੇ ਸੀ, ਫੋਨ ਕਰਦੇ ਸੀ ਅੱਜ ਘਰ ਪਹੁੰਚੇ ਨਹੀਂ ਪਹੁੰਚੇ, ਰੋਟੀ ਖਾਧੀ ਨਹੀਂ ਖਾਧੀ। ਤੇ ਉੱਥੇ ਜਦੋਂ ਬੰਦਾ ਕੰਮ 'ਚ ਰੁੱਝਿਆ ਹੁੰਦਾ ਨਾ, ਧਿਆਨ ਵੀ ਨਹੀਂ ਹੁੰਦਾ, ਤਾਂ ਨੈਚੁਰਲੀ ਉਹ ਰੈਗੂਲਰਲੀ ਮਦਰ ਵੀ ਫੋਨ ਕਰਦੇ ਰਹਿੰਦੇ ਆ, ਹਸਬੈਂਡ ਵੀ ਫੋਨ ਕਰਦੇ ਰਹਿੰਦੇ ਕਿ ਰੋਟੀ ਖਾ ਲਈ, ਟਾਈਮ ਸਿਰ ਉਹ ਹੋ ਗਿਆ। ਬਟ ਸਪੋਰਟਿੰਗ ਫੈਮਿਲੀ ਹੋਵੇ ਤਾਂ ਜਿਵੇਂ ਘਰ ਬੱਚਾ ਹੈ ਉਹਨੂੰ ਫਿਰ ਮੈਂ ਨਿਸ਼ਚਿੰਤ ਤੌਰ 'ਤੇ ਪਿੱਛੇ ਛੱਡ ਸਕਦੀ ਹਾਂ, ਜਦੋਂ ਮੈਨੂੰ ਤਸੱਲੀ ਹੋਵੇ ਵੀ ਉਹ ਜਿਵੇਂ ਉਹਦੀ ਟੇਕ ਕੇਅਰ ਚੰਗੀ ਤਰ੍ਹਾਂ ਹੋ ਰਹੀ ਹੈ। ਹਸਬੈਂਡ ਦਾ ਤੁਸੀਂ ਜ਼ਿਕਰ ਕੀਤਾ ਹੈ, ਤੁਹਾਡੇ ਹਸਬੈਂਡ ਵੀ ਡਿਪਟੀ ਕਮਿਸ਼ਨਰ ਨੇ, IAS ਨੇ? ਹਾਂਜੀ, ਉਹ IAS ਨੇ 14 ਬੈਚ ਦੇ, ਤੇ ਪੰਜਾਬ 'ਚ ਪੋਸਟਡ ਨੇ ਹੁਣੇ। ਔਰ ਲਵ ਮੈਰਿਜ ਸੀ ਕਿ ਤੁਹਾਡੀ ਅਰੇਂਜ ਮੈਰਿਜ ਸੀ? ਹਾਂਜੀ, ਸਾਡੀ ਫੈਮਿਲੀਜ਼ ਵੀ ਜਾਣਦੀਆਂ ਸੀ ਤੇ ਅਸੀਂ ਵੀ ਤਿਆਰੀ ਦੇ ਦੌਰਾਨ ਮਿਲੇ ਸੀ, ਤਾਂ ਦੋਨਾਂ ਦਾ ਮਿਕਸਚਰ ਹੀ ਮੰਨ ਲਓ। ਲਵ ਕਮ ਅਰੇਂਜ ਕਹਿ ਲਈ ਜੀ। ਠੀਕ ਹੈ, ਔਰ ਉਹ ਵੀ ਪੰਜਾਬ ਨਾਲ ਸੰਬੰਧ ਰੱਖਦੇ ਨੇ, ਔਰ ਪਿੱਛੇ ਜੇ ਜਲੰਧਰ ਡਿਪਟੀ ਕਮਿਸ਼ਨਰ? ਜੀ ਜੀ ਜੀ। ਤਾਂ ਮੈਂ ਜ਼ਿਕਰ ਵੀ ਕਰ ਦਿੰਦਾ, IAS ਜਸਪ੍ਰੀਤ ਸਿੰਘ ਹੁਣੀ ਜੋ ਮੈਮ ਹੁਣਾਂ ਦੇ ਹਸਬੈਂਡ ਨੇ, ਔਰ ਉਹਨਾਂ ਦਾ ਇੰਟਰਫੇਰੈਂਸ ਜਾਂ ਕੋਈ ਜਾਣਕਾਰੀਆਂ ਲੈਣੀਆਂ, ਜਾਣਕਾਰੀਆਂ ਦੇਣੀਆਂ, ਇਸ ਤਰ੍ਹਾਂ ਹੁੰਦਾ ਘਰ ਦੇ ਵਿੱਚ ਵੀ, ਜਾਂ ਫਿਰ ਦਫ਼ਤਰੀ ਕੰਮਕਾਜ ਜਿਹੜਾ ਉਹ ਦਫ਼ਤਰ ਛੱਡ ਕੇ ਘਰ ਦੀ ਗੱਲ? ਨਹੀਂ, ਅਸੀਂ ਜਿਵੇਂ ਹੁਣ ਘਰ ਜਾਈਦਾ ਹੈ, ਸਾਡੀ ਹੁਣ ਜਿਵੇਂ ਬੇਸਿਕਲੀ ਮੈਂ ਇਹ ਜਾਣਨਾ ਚਾਹੁੰਦਾ ਅਫਸਰਾਂ ਦੀ ਜ਼ਿੰਦਗੀ, ਕਿਉਂਕਿ ਇੱਕ ਸੇਮ ਹੋ ਗਏ ਕਿ IAS ਹੋ ਗਏ, IPS, ਪਤੀ ਤੁਹਾਡੇ IAS ਨੇ, ਤੁਸੀਂ IPS ਹੋ, ਇਹਨਾਂ ਅਫਸਰਾਂ ਦੀ ਜ਼ਿੰਦਗੀ ਘਰੇਲੂ ਕਿਹੋ ਜਿਹੀ ਹੁੰਦੀ ਹੈ? ਜੀ ਸਾਡੇ ਜੀ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਅਸੀਂ ਰੁੱਝ ਜਾਂਦੇ ਹਾਂ ਆਪਣੇ ਰੋਜ਼ਾਨਾ ਦੇ ਕੰਮਾਂ, ਜਿਵੇਂ ਕਿ ਕਈ ਵਾਰ ਲੇਟ ਹੋ ਜਾਂਦੇ ਹਾਂ, ਕਿ ਘਰ ਜਾ ਕੇ ਵੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਮੋਸਟਲੀ ਕਦੀ ਕੰਮ ਦੀ ਗੱਲ ਹੁੰਦੀ ਹੈ, ਤੇ ਇੱਕ ਦੂਜੇ ਦੀ ਕੰਮ ਦੀਆਂ ਗੱਲਾਂ ਡਿਸਕਸ ਜ਼ਰੂਰ ਕਰਦੇ ਹਾਂ।
ਕਈ ਵਾਰ ਕਾਮਨ ਅਫਸਰ ਜਾਣਦੇ ਹੁੰਦੇ ਆ, ਕਾਮਨ ਇਸ਼ੂਜ਼ ਕਈ ਵਾਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਮੈਂ ਕਦੀ ਫੇਸ ਕੀਤੇ ਹੋਣ, ਉਹਨਾਂ ਨੂੰ ਕੋਈ ਇਸ਼ੂ ਆ ਜਾਏ ਜਾਂ ਵਾਈਸੇ ਵਰਸਾ, ਤਾਂ ਕਾਫੀ ਇਸ ਤਰ੍ਹਾਂ ਦੀ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ। ਤੇ ਅਦਰਵਾਈਜ਼ ਬਾਕੀ ਤਾਂ ਇਸ ਤੋਂ ਇਲਾਵਾ ਜਿਹੜੇ ਕੰਮ ਦੀ ਡਿਸਕਸ਼ਨ ਹੈ, ਇਸ ਤੋਂ ਇਲਾਵਾ ਤਾਂ ਨਾਰਮਲ ਜਿਹੜੀ ਘਰੇਲੂ ਲਾਈਫ ਹੁੰਦੀ ਹੈ ਉਵੇਂ ਦੀ ਹੁੰਦੀ ਹੈ। ਕਦੇ ਉਹਨਾਂ ਨੇ ਕਿਸੇ ਐਕਸ਼ਨ ਨੂੰ ਲੈ ਕੇ ਕਿਹਾ ਵੀ ਕਮਰਦੀਪ ਕੌਰ ਜੀ ਸਵਾਦ ਆ ਗਿਆ, ਬਹੁਤ ਵਧੀਆ ਕੰਮ ਕੀਤਾ ਤੁਸੀਂ, ਕਿਸੇ ਐਕਸ਼ਨ ਨੂੰ ਲੈ ਕੇ? ਆਈ ਥਿੰਕ ਉਹ ਇੰਨਾ ਐਕਸਪਲਿਸਿਟ ਨਹੀਂ ਹੁੰਦਾ ਕਿ ਕੋਈ ਕਵੇ, ਬਟ ਜਿਹੜੀ ਸਪੋਰਟ ਮਿਲਦੀ ਰਹਿੰਦੀ ਹੈ ਘਰ ਵਾਲਿਆਂ ਤੋਂ, ਉਹੀ ਆਪਣੇ ਆਪ 'ਚ ਇੱਕ ਅਪਰੀਸੀਏਸ਼ਨ ਦਾ ਮੂਡ ਹੁੰਦਾ ਹੈ। ਵੈਸੇ ਇਹ ਕਿਹਾ ਜਾਂਦਾ ਕਿ ਅਫਸਰ ਦਾ ਬੇਟਾ, ਕੋਸ਼ਿਸ਼ ਹੁੰਦੀ ਕਿ ਅਫਸਰ ਬਣ ਜਾਵੇ। ਤੁਸੀਂ ਵੀ ਸੋਚਿਆ ਆਪਦੇ ਜਿਹੜੇ ਬੱਚੇ ਨੇ, ਕਿਉਂਕਿ ਪੇਰੈਂਟਸ ਦੀ ਸੋਚ ਆਪੋ ਆਪਣੀ ਹੁੰਦੀ ਹੈ? ਜੀ ਮੈਨੂੰ ਇਹੀ ਲੱਗਦਾ ਹੁਣ ਜਿਵੇਂ ਉਹ ਸਕੂਲ ਜਾਣਾ ਸ਼ੁਰੂ ਹੋਇਆ, ਜਿਵੇਂ ਮੈਂ ਪਹਿਲੇ ਵੀ ਕਿਹਾ ਕਿ ਐਜੂਕੇਸ਼ਨ ਨੌਲੇਜ ਦੇਣ ਵਾਸਤੇ ਨਹੀਂ, ਮੋਟੀਵੇਸ਼ਨ ਦੇਣ ਵਾਸਤੇ ਹੋਣਾ ਚਾਹੀਦਾ ਹੈ। ਤਾਂ ਇਹਨਾਂ ਬੱਚੇ ਨੂੰ ਕੇਪੇਬਲ ਇੰਨੇ ਹੋਣੇ ਚਾਹੀਦੇ ਹੈ ਕਿ ਮੋਟੀਵੇਟ ਹੋ ਕੇ, ਇੱਕ ਤਾਂ ਉਹਨਾਂ ਨੂੰ ਕਿਸ ਏਰੀਆ ਜਾਣਾ ਚਾਹੁੰਦੇ ਆਈਡੈਂਟੀਫਾਈ ਹੋਵੇ, ਉਸ ਵੱਲ ਕੰਮ ਕਰਨ ਦੀ ਮੋਟੀਵੇਸ਼ਨ ਹੋਵੇ, ਚਾਹ ਹੋਵੇ, ਤੇ ਜਿੱਥੇ ਚਾਹ ਉੱਥੇ ਰਾਹ, ਤੇ ਆਪੇ ਹੀ ਫਿਰ ਬੱਚਾ ਆਪਣਾ ਜਿਹੜਾ ਅੱਗੇ ਕਰੀਅਰ ਪਾਥ ਹੈ, ਆਪਣਾ ਰੁਜ਼ਗਾਰ ਲੱਭ ਲੈਂਦਾ ਹੈ। ਕਈ ਥਾਵਾਂ ਤੇ ਤੁਸੀਂ ਪੋਸਟਡ ਰਹੇ ਹੋ, ਪਰ ਹੁਣ ਆ ਜਿਹੜੀ ਚੰਡੀਗੜ੍ਹ ਦੀ ਜ਼ਿੰਮੇਵਾਰੀ ਹੈ, ਚੰਡੀਗੜ੍ਹ ਦੇ ਵਿੱਚ ਵੱਡੀ ਜ਼ਿੰਮੇਵਾਰੀ ਚੰਡੀਗੜ੍ਹ ਐਸਐਸਪੀ ਦੇ ਤੌਰ ਤੇ, ਕਿਉਂਕਿ ਸਾਰਾ ਲਗਭਗ ਪੰਜਾਬ ਦਾ ਜਿਹੜਾ, ਪੰਜਾਬ ਦੇ ਪੂਰੇ ਲੋਕ ਜਾਂ ਹੋਰ ਵੀ ਸਟੇਟਸ ਦੇ ਲੋਕ ਆਉਂਦੇ ਆ ਇੱਥੇ। ਕ੍ਰਾਈਮ ਵੀ ਵੱਖਰੇ ਤਰੀਕੇ ਦਾ ਹੁੰਦਾ ਹੈ, ਹਾਲਾਂਕਿ ਭੱਜ ਕੇ ਜਾਣਾ ਬਹੁਤ ਔਖਾ ਕਿਉਂਕਿ ਚੱਪੇ ਚੱਪੇ ਤੇ ਸੀਸੀਟੀਵੀ ਲੱਗੇ ਹੋਏ ਆ। ਇਹ ਕਿੰਨਾ ਕੁ ਚੈਲੰਜ ਭਰਿਆ ਚੰਡੀਗੜ੍ਹ ਦੇ ਐਸਐਸਪੀ ਹੋਣਾ ਤੁਹਾਡੇ ਵਾਸਤੇ? ਹਰੇਕ, ਮੈਨੂੰ ਲੱਗਦਾ ਹਰੇਕ ਪੋਸਟਿੰਗ ਅਲੱਗ ਚੈਲੰਜ ਸਾਡੇ ਲਈ ਲੈ ਕੇ ਆਉਂਦੀ ਹੈ। ਜਿਵੇਂ ਮੈਂ ਪਹਿਲੇ ਦੱਸਿਆ, ਅਲੱਗ-ਅਲੱਗ ਜ਼ਿਲ੍ਹਿਆਂ 'ਚ ਅਲੱਗ-ਅਲੱਗ ਸੋਸ਼ਲ ਸਟਰਕਚਰ ਹੁੰਦਾ, ਅਲੱਗ ਤਰ੍ਹਾਂ ਦਾ ਕ੍ਰਾਈਮ ਹੁੰਦਾ ਹੈ। ਜਿਹੜੇ ਬਾਰਡਰ ਤੇ ਇਸ਼ੂਜ਼ ਹੈ, ਉਹ ਮੈਂ ਕਪੂਰਥਲੇ ਵੀ ਰਹੀ ਹਾਂ, ਉੱਥੇ ਇਸ਼ੂਜ਼ ਨਹੀਂ ਹੈ। ਉੱਥੇ ਜਿਹੜੇ ਦੁਆਬੇ ਦੇ ਅਲੱਗ ਤਰ੍ਹਾਂ ਦੇ ਇਸ਼ੂਜ਼ ਹੈ, ਉਹ ਮਲੇਰਕੋਟਲਾ ਮੈਂ ਰਹੀ ਹਾਂ, ਉੱਥੇ ਘੱਟ ਉਸ ਤਰ੍ਹਾਂ ਦੇ ਇਸ਼ੂਜ਼ ਹੈ। ਤਾਂ ਹਰ ਜਗ੍ਹਾ ਅਲੱਗ-ਅਲੱਗ ਤਰ੍ਹਾਂ ਦੇ ਇਸ਼ੂਜ਼ ਆਉਂਦੇ ਆ। ਚੰਡੀਗੜ੍ਹ ਪ੍ਰਾਇਮਰੀਲੀ ਇੱਕ ਸ਼ਹਿਰ ਹੈ ਬਹੁਤ ਵੱਡਾ, ਤੇ ਇੱਥੇ ਸਿਰਫ ਸ਼ਹਿਰੀ ਇਸ਼ੂਜ਼ ਜ਼ਿਆਦਾ ਰਹਿ ਜਾਂਦੇ ਹੈ, ਜਿਸ ਤਰ੍ਹਾਂ ਘਰੇਲੂ ਚੋਰੀਆਂ, ਸਨੈਚਿੰਗ, ਲੜਾਈ ਝਗੜੇ ਛੋਟੇ ਮੋਟੇ, ਤਾਂ ਉਸ ਤਰ੍ਹਾਂ ਦੀ ਚੀਜ਼ਾਂ ਜ਼ਿਆਦਾ ਰਹਿੰਦੀਆਂ। ਜਿਹੜੇ ਰੈਜ਼ੀਡੈਂਟਸ ਹੈ ਅਵੇਅਰ ਬਹੁਤ ਹੈ, ਤਾਂ ਉਹਨਾਂ ਦੀ ਅਕੋਰਡਿੰਗਲੀ ਐਕਸਪੈਕਟੇਸ਼ਨ ਵੀ ਪ੍ਰਸ਼ਾਸਨ ਤੋਂ ਜ਼ਿਆਦਾ ਹੁੰਦੀਆਂ। ਕਿਤੇ ਤੌਰ 'ਤੇ ਸਾਨੂੰ ਆਸਾਨੀ ਵੀ ਰਹਿੰਦੀ ਕਿਉਂਕਿ ਪਲਾਨਡ ਸ਼ਹਿਰ ਹੋਣ ਕਰਕੇ, ਚੰਗਾ ਇਨਫਰਾਸਟਰਕਚਰ ਹੋਣ ਕਰਕੇ, ਸਮਾਰਟ ਸਿਟੀ 'ਚ ਜਿਹੜੇ ਪੂਰੇ ਸ਼ਹਿਰ 'ਚ ਚੱਪੇ ਚੱਪੇ 'ਤੇ ਕੈਮਰਾਜ਼ ਲੱਗੇ ਹੈ। ਇੱਕ ਕ੍ਰਿਮੀਨਲ ਲਈ ਆ ਕੇ ਕ੍ਰਾਈਮ ਕਰਕੇ ਇੱਥੋਂ ਭੱਜਣਾ ਬਹੁਤ ਹੀ ਔਖਾ ਹੈ, ਅਤੇ ਜੇ ਕੋਈ ਭੱਜ ਵੀ ਜਾਵੇ ਤਾਂ ਉਹ 1-2 ਦਿਨ 'ਚ ਫੜਿਆ ਜਾਂਦਾ। ਤਾਂ ਡੈਟਰੈਂਸ ਬਹੁਤ ਜ਼ਿਆਦਾ ਹੈ ਕ੍ਰਿਮੀਨਲਸ 'ਚ, ਅਤੇ ਉਹਦੇ ਨਾਲ ਪੁਲਿਸ ਨੂੰ, ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਸੌਖ ਵੀ ਬਹੁਤ ਹੋ ਜਾਂਦੀ ਹੈ, ਤਾਂ ਉਹਦੇ ਨਾਲ ਬੜੀ ਮਦਦ ਮਿਲਦੀ ਹੈ। ਅਤੇ ਮਿਕਸ ਹੈ ਦੋਨੋਂ ਚੀਜ਼ਾਂ ਦਾ, ਚੈਲੰਜਸ ਵੀ ਨੇ, ਉਹਦੇ ਹੱਲ ਵੀ ਨੇ, ਰਿਸੋਰਸਿਸ ਵੀ ਕਿਤੇ ਨਾ ਕਿਤੇ ਬੈਟਰ ਨੇ ਥੋੜ੍ਹੇ ਜਿਹੇ, ਅਤੇ ਦੋਨੋਂ ਦਾ ਮਿਕਸ ਮੈਚ ਕਰਕੇ ਮੈਂ ਕਹਾਂਗੀ ਕਿ ਬੈਲੈਂਸ ਆਊਟ ਹੋ ਜਾਂਦਾ ਹੈ। ਸਾਰੇ ਜਗ੍ਹਾ ਦੀ ਅਲੱਗ-ਅਲੱਗ ਚੈਲੰਜਸ ਹੁੰਦੇ। ਤੁਸੀਂ ਚੰਡੀਗੜ੍ਹ ਐਸਐਸਪੀ ਹੋ, ਤੁਹਾਨੂੰ ਕਿਹੜੀਆਂ ਚੀਜ਼ਾਂ ਇਹੋ ਜਿਹੀਆਂ ਲੱਗਦੀਆਂ ਵੀ ਆਹ ਚੀਜ਼ਾਂ ਪੰਜਾਬ ਦੇ ਵਿੱਚ ਵੀ ਜਾਂ ਬਾਕੀ ਡਿਸਟ੍ਰਿਕਟਸ ਦੇ ਵਿੱਚ ਵੀ ਇਹ ਚੀਜ਼ਾਂ ਹੋ ਜਾਣ ਤਾਂ ਪੁਲਿਸ ਨੂੰ ਬਹੁਤ ਵਧੀਆ ਬੈਨੀਫਿਟ ਮਿਲੂਗਾ, ਪੁਲਿਸ ਨੂੰ ਬਹੁਤ ਵਧੀਆ ਕੰਮ ਕਰਨ ਦੇ ਵਿੱਚ ਸਹੂਲਤ ਹੋਊਗੀ? ਮੈਂ ਜੀ ਹੁਣ ਕਿਉਂਕਿ ਲੰਬਾ ਟਾਈਮ ਪੰਜਾਬ ਪੁਲਿਸ 'ਚ ਵੀ 4 ਜ਼ਿਲ੍ਹਿਆਂ 'ਚ ਰਹੀ ਹਾਂ, ਅਤੇ ਇੱਥੇ ਵੀ ਹੈ, ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਬਹੁਤ ਮੇਜਰ ਕੋਈ ਫਰਕ ਹੈ। ਇੱਥੇ ਸ਼ਹਿਰ ਹੋਣ ਕਰਕੇ ਅਤੇ ਜ਼ਿਆਦਾ ਰਿਸੋਰਸਿਸ ਹੋਣ ਕਰਕੇ, ਅਤੇ ਕਿਉਂਕਿ ਪਲੈਨਡ ਸਿਟੀ ਹੈ, ਅਤੇ ਇੱਥੇ ਜਿਸ ਤਰ੍ਹਾਂ ਕੈਮਰਾਜ਼ ਦੀ ਅਸੀਂ ਗੱਲ ਕੀਤੀ ਕਿ ਬਹੁਤ ਅੱਛਾ ਇਨਫਰਾਸਟਰਕਚਰ ਹੈ। ਹੁਣ ਵੱਡੇ ਜ਼ਿਲ੍ਹੇ ਜਿੱਥੇ ਰੂਰਲ ਏਰੀਆਜ਼ 'ਚ ਬਹੁਤ ਦੂਰ ਦੁਰਾਡੇ ਪਿੰਡ ਨੇ, ਜਿੱਥੇ ਪਾਪੂਲੇਸ਼ਨ ਵਸੋਂ ਦੀ ਡੈਂਸਿਟੀ ਘੱਟ ਹੈ, ਉੱਥੇ ਇੰਨੇ ਫੰਡਸ ਤਾਂ ਕਦੀ ਵੀ ਨਹੀਂ ਹੋਣੇ ਕਿ ਉੱਥੇ ਚੱਪਾ ਅਸੀਂ ਕੈਮਰਾਜ਼ ਨਾਲ ਕਵਰ ਕਰੀਏ। ਤਾਂ ਸਭ ਦੇ ਅਲੱਗ-ਅਲੱਗ ਚੈਲੰਜਸ ਹੁੰਦੇ ਆ, ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਲਿਊਸ਼ਨ ਹੁੰਦੇ ਆ ਉਹਦੇ। ਤਾਂ ਡਾਇਰੈਕਟਲੀ ਕੰਪੇਅਰ ਕਰਨਾ ਕੋਈ ਜ਼ਿਆਦਾ ਨਹੀਂ ਰਹੇਗਾ। ਮੈਨੂੰ ਲੱਗਦਾ ਹੈ ਦੋਨੋਂ ਹੀ ਪੁਲਿਸ ਫੋਰਸਿਸ, ਚੰਡੀਗੜ੍ਹ ਪੁਲਿਸ ਵੀ, ਪੰਜਾਬ ਪੁਲਿਸ ਵੀ, ਆਪਣੇ ਆਪ 'ਚ ਬਹੁਤ ਕੇਪੇਬਲ ਨੇ, ਅਤੇ ਪੂਰੇ ਇੰਡੀਆ 'ਚੋਂ ਮੈਂ ਕਹਾਂਗੀ ਕਿ ਬੈਸਟ ਫੋਰਸਿਸ 'ਚੋਂ ਮੰਨੀਆਂ ਜਾਂਦੀਆਂ ਨੇ, ਅਤੇ ਬੜੇ ਔਖੇ ਟਾਈਮ, ਟੈਰਰਿਜ਼ਮ ਦੇ ਟਾਈਮ ਵੀ ਦੋਨਾਂ ਫੋਰਸਿਸ ਨੇ ਦੇਖੇ ਹੈ। ਤਾਂ ਆਪਣੀ ਚੈਲੰਜਸ ਦੇ ਹਿਸਾਬ ਨਾਲ ਦੋਨੋਂ ਫੋਰਸਾਂ ਚੰਗਾ ਕੰਮ ਕਰ ਰਹੀਆਂ, ਅਤੇ ਰਿਸੋਰਸਿਸ ਵੀ ਮੈਨੂੰ ਲੱਗਦਾ ਹੈ ਇੱਥੇ ਸ਼ਹਿਰ ਹੋਣ ਕਰਕੇ ਜ਼ਿਆਦਾ ਰਿਸੋਰਸਿਸ ਹੈ। ਕਈ ਰੂਰਲ ਡਿਸਟ੍ਰਿਕਟਸ ਹੋ ਸਕਦਾ ਘੱਟ ਰਿਸੋਰਸਿਸ ਹੋਣ, ਬਟ ਉਹ ਫਿਰ ਕੰਪਨਸੇਟ ਹੋ ਜਾਂਦਾ ਹੈ ਮੁਲਾਜ਼ਮਾਂ ਦੇ ਚੰਗੇ ਕੰਮ ਕਰਕੇ, ਅਤੇ ਮੋਰ ਔਰ ਲੈਸ ਮੈਂ ਫਿਰ ਕਹਿੰਦੀ ਵੀ ਬੈਲੈਂਸ ਹੋ ਜਾਂਦਾ ਹੈ। ਪਰ ਇੱਕ ਚੀਜ਼ ਮੈਨੂੰ ਜਿਹੜੀ ਸਭ ਤੋਂ ਬੈਸਟ ਲੱਗਦੀ ਹੈ ਉਹ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਹੈ, ਕਿਉਂਕਿ ਬਾਕੀ ਥਾਵਾਂ ਤੇ ਕਿਤੇ ਬੈਠਾ ਮਿਲ ਜੂ ਤੁਹਾਨੂੰ, ਇੱਥੇ ਤਾਂ ਨਾਕਿਆਂ ਤੇ ਖੜੇ ਮਿਲਣਗੇ। ਉਹਦਾ ਵੀ ਇੱਕ ਕਾਰਨ ਹੈ ਜੀ, ਕਿਉਂਕਿ ਟ੍ਰੈਫਿਕ ਵਿੱਚ ਇੱਥੇ ਡਿਪਲੋਇਮੈਂਟ ਸਾਡੀ ਬਹੁਤ ਜ਼ਿਆਦਾ ਹੈ। ਤਕਰੀਬਨ 600 ਮੁਲਾਜ਼ਮ ਜਿਹੜਾ ਟ੍ਰੈਫਿਕ ਵਿੰਗ ਹੈ ਉੱਥੇ ਪੋਸਟਡ ਨੇ, ਅਤੇ ਅਸੀਂ ਇੱਕ ਸ਼ਹਿਰ ਦੀ ਗੱਲ ਕਰ ਰਹੇ ਹਾਂ। ਪੰਜਾਬ ਜੀ ਦੀ ਅਸੀਂ ਗੱਲ ਕਰੀਏ, ਵੱਡੇ ਵੱਡੇ ਜ਼ਿਲ੍ਹਿਆਂ ਵਿੱਚ ਵੀ 20, 30, 50 ਬੰਦਿਆਂ ਤੋਂ ਜ਼ਿਆਦਾ ਟ੍ਰੈਫਿਕ ਵਿੱਚ ਨਹੀਂ ਹੁੰਦੇ। ਉੱਥੇ ਹੁਣ ਫਿਰ ਉਹੀ ਕੰਪੈਰੀਜ਼ਨ ਦੀ ਗੱਲ ਆ ਗਈ, ਏਰੀਆ ਬਹੁਤ ਜ਼ਿਆਦਾ ਹੁੰਦਾ। ਜਿਵੇਂ ਫਿਰੋਜ਼ਪੁਰ ਇੱਕ ਬਹੁਤ ਵੱਡਾ ਜ਼ਿਲ੍ਹਾ ਸੀ, 100 ਕਿਲੋਮੀਟਰ ਦਾ ਇੰਟਰਨੈਸ਼ਨਲ ਬਾਰਡਰ ਹੈ, ਅਤੇ ਉੱਥੇ ਜੇ ਅਸੀਂ 50 ਬੰਦਿਆਂ ਦੀ ਗੱਲ ਕਰੀਏ ਬਹੁਤ ਘੱਟ ਹੈ। ਇੱਥੇ ਏਰੀਆ ਘੱਟ ਹੈ ਬਟ ਮੁਲਾਜ਼ਮ ਜ਼ਿਆਦਾ ਹੈ। ਪਲਾਨਡ ਵੀ ਹੈਗਾ, ਇਹਦਾ ਵੀ ਇਹਦਾ ਵੀ ਬੜਾ ਫਰਕ ਪੈਂਦਾ, ਅਤੇ ਮੁਲਾਜ਼ਮਾਂ ਦੀ ਐਫੀਸ਼ੀਐਂਸੀ ਵੀ ਉਹਦੇ ਨਾਲ ਵੱਧਦੀ ਹੈ। ਅਤੇ
ਪਰ ਲੈਕ ਪੋਪੂਲੇਸ਼ਨ ਜਿਹੜਾ ਇੱਕ ਮਿਣਤੀ ਕਰਦੇ ਹਾਂ ਕਿ ਪਰ ਲੈਕ ਪੋਪੂਲੇਸ਼ਨ ਕਿੰਨੇ ਪੁਲਿਸ ਅਫਸਰ ਮੌਜੂਦ ਨੇ, ਉਹ ਚੰਡੀਗੜ੍ਹ ਵਿੱਚ ਜ਼ਿਆਦਾ ਨੇ, ਬੀਇੰਗ ਅ ਸਮਾਲ ਸਿਟੀ। ਪੰਜਾਬ ਵਿੱਚ ਬਹੁਤ ਵੱਡਾ ਏਰੀਆ ਹੋਣ ਕਰਕੇ ਉਹ ਘੱਟ ਜਾਂਦੇ ਹੈ। ਇਸ ਕਰਕੇ ਉਹਦੇ ਨਾਲ ਕੁਆਲਿਟੀ ਆਫ ਸਰਵਿਸ ਜਿਸ ਤਰ੍ਹਾਂ ਹੈ, ਜੇ ਟ੍ਰੈਫਿਕ ਅਸੀਂ ਕਹੀਏ ਕਈ ਵਾਰ ਥੋੜੀ ਘੱਟ ਵੀ ਹੋ ਸਕਦੀ ਹੈ, ਤੇ ਉਹਦੇ ਨਾਲ ਚੰਡੀਗੜ੍ਹ 'ਚ ਥੋੜਾ ਹੈ ਜਿਹੜਾ ਜ਼ਿਆਦਾ ਫਰਕ ਪੈ ਜਾਂਦਾ ਹੈ। ਕੈਮਰਾਸ ਜਿਹੜੇ ਲੱਗੇ ਆ ਹੁਣ ਤਾਂ ਲੋਕਾਂ ਨੂੰ ਇਹ ਵੀ ਹੋ ਗਿਆ, ਜਦੋਂ ਪੰਜਾਬ ਵਾਲੇ ਬੰਨਿਓ ਕੋਈ ਐਂਟਰ ਹੁੰਦਾ ਜਾਂ ਹਰਿਆਣੇ ਵਾਲੇ ਬੰਨਿਓ ਕੋਈ ਐਂਟਰ ਹੁੰਦਾ, ਕੋਈ ਅਕਸਰ ਇਹ ਗੱਲ ਹੁੰਦੀ, ਕਹਿੰਦੇ 80-90 ਦੀ ਸਪੀਡ ਤੇ ਗੱਡੀ ਆਉਂਦੀ ਹੁੰਦੀ ਆ ਕੇ ਠਾਹ ਕਰਕੇ ਬ੍ਰੇਕ ਲੱਗ ਜਾਂਦੀ ਹੈ ਵੀ ਸਾਹਮਣੇ ਚੰਡੀਗੜ੍ਹ ਦਾ ਬੋਰਡ ਲੱਗਿਆ ਹੋਇਆ, 60 ਤੋਂ ਉੱਪਰ ਗੱਡੀ ਗਈ ਤਾਂ ਚਲਾਨ ਕੱਟਿਆ ਜਾਣਾ। ਨਹੀਂ, ਉਹੀ ਗੱਲ ਹੈ ਜੀ, ਕਿਉਂਕਿ ਇੱਕ ਪੂਰਾ ਸੈਂਟਰਲਾਈਜ਼ ਸਿਸਟਮ ਹੈ, ਈ ਚਲਾਨਿੰਗ ਦਾ ਸਿਸਟਮ ਹੈ, ਜਿੱਥੇ ਸਾਰੇ ਕੈਮਰੇਜ਼ ਹੈ ਉਹ ਕੈਪਚਰ ਕਰ ਰਹੇ ਹੈ, ਐਕਸਟਰਾ ਸਪੀਡ ਨੂੰ ਕੈਪਚਰ ਕਰ ਰਹੇ ਹੈ, ਕੋਈ ਵੀ ਟ੍ਰੈਫਿਕ ਵਾਇਲੇਸ਼ਨ ਹੈ ਕੈਪਚਰ ਹੋ ਰਹੀ ਹੈ, ਤੇ ਉਹਦਾ ਲਾਈਵ ਉਹਦੀ ਚਲਾਨਿੰਗ ਸਾਡੇ ਜਿਹੜੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਿਆ ਉੱਥੇ ਲਾਈਵ ਚਲਾਨਿੰਗ ਚੱਲ ਰਹੀ ਹੈ। ਇਹੀ ਸਿਸਟਮ ਜੇ ਅਸੀਂ ਸੋਚੀਏ ਕਿਸੇ ਵੱਡੇ ਸਟੇਟ 'ਚ, ਪੂਰੇ ਸਟੇਟ 'ਚ ਲਾਗੂ ਕਰਨਾ, ਇਟ ਇਜ਼ ਅ ਬਿਗ ਪ੍ਰੋਜੈਕਟ। ਚੰਡੀਗੜ੍ਹ ਸ਼ਹਿਰ ਹੋਣ ਕਰਕੇ ਆਸਾਨੀ ਨਾਲ ਉਹਦਾ ਇੰਪਲੀਮੈਂਟੇਸ਼ਨ ਹੋ ਸਕੀ ਤੇ ਬੜੀ ਸਕਸੈਸਫੁਲ ਇੰਪਲੀਮੈਂਟੇਸ਼ਨ। ਕੁਛ ਇੱਕ ਚੀਜ਼ਾਂ ਮੈਂ ਜਿਹੜੀਆਂ ਗੱਲਬਾਤ ਹੁੰਦੀ ਹੈ, ਜਿਵੇਂ ਕਹਿੰਦੇ ਕਿ ਬੀਪੀ ਬਹੁਤ ਜ਼ਿਆਦਾ ਵਧਣ ਲੱਗ ਜਾਂਦਾ ਜੀ ਜੀ ਜੀ, ਹੈਗੀ, ਹੁੰਦੀ ਸਿਚੁਏਸ਼ਨ ਇਦਾਂ ਦੀ, ਕਈ ਵਾਰ ਬੰਦੇ ਨੇ ਕੰਮ 'ਚ ਹੀ ਰੁੱਝੇ ਰਹਿਣਾ ਮਹੀਨਾ ਕਈ ਵਾਰ ਘਰ ਨਾ ਜਾਂ ਕਿਤੇ ਧਰਨਾ ਜਾਂ ਪ੍ਰਦਰਸ਼ਨ ਇਦਾਂ ਦਾ ਹੁੰਦਾ, ਕਹਿੰਦੇ ਪੁਲਿਸ ਵਾਲਿਆਂ ਦਾ ਬੀਪੀ ਬਹੁਤ ਜ਼ਿਆਦਾ ਵੱਧਦਾ। ਨਹੀਂ, ਉਹ ਕਿਉਂਕਿ ਦੇਖੋ ਇੱਕ ਤਾਂ ਸਾਡੇ ਵਰਕਿੰਗ ਆਵਰਸ ਇਸ ਤਰ੍ਹਾਂ ਦੇ ਹੁੰਦੇ ਹੈ, ਹਰ ਵਾਰ ਕ੍ਰਿਮੀਨਲਸ ਨਾਲ ਡੀਲ ਕਰਨਾ ਹੈ, ਸਿਵਲ ਸਾਈਡ ਤੇ ਪ੍ਰੋਬਲਮ ਨਹੀਂ ਹੁੰਦੀ। ਪੁਲਿਸ ਦੀ ਡੀਲਿੰਗ ਸਿਰਫ ਕ੍ਰਿਮੀਨਲਸ ਨਾਲ ਹੀ ਹੋਣੀ ਹੈ, ਸਿਰਫ ਉਹਨਾਂ ਨਾਲ ਹੀ ਹੋਣੀ ਹੈ ਜਿੱਥੇ ਲੜਾਈ ਝਗੜੇ ਹੋਣ, ਅਦਰਵਾਈਜ਼ ਪੁਲਿਸ ਦਾ ਕਿਤੇ ਹੋਰ ਲੋੜ ਨਹੀਂ ਹੈ ਕਿਸੇ ਨੂੰ। ਤਾਂ ਦਿਨ ਰਾਤ ਜਦੋਂ ਅਸੀਂ ਐਵੇਂ ਦੇ ਤੱਤਾਂ ਨਾਲ ਡੀਲ ਕਰਦੇ ਹਾਂ, ਆਪਣਾ ਵੀ ਸਟ੍ਰੈਸ ਲੈਵਲ ਵੱਧਦਾ ਹੈ। ਐਕਸਪੈਕਟੇਸ਼ਨ ਸਮਾਜ ਦੀ ਬਹੁਤ ਜ਼ਿਆਦਾ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸਾਰਾ ਕੁਝ ਲਾਈਵ ਚੱਲ ਰਿਹਾ, ਲਾਈਵ ਰਿਪੋਰਟਿੰਗ ਚੱਲਦੀ ਹੈ, ਖਬਰ ਨਿਊਜ਼ ਤੇ ਪਹਿਲੇ ਹੁੰਦੀ ਹੈ, ਤੇ 112 ਦੀ ਕਾਲ ਆਵੇ 2-3 ਮਿੰਟ ਪੁਲਿਸ ਨੂੰ ਜਾਣ ਨੂੰ ਲੱਗਦੇ ਹੈ, ਬਟ ਨਿਊਜ਼ ਤੇ ਇਮੀਡੀਏਟਲੀ ਆ ਜਾਂਦੀ ਹੈ। ਤਾਂ ਪ੍ਰੈਸ਼ਰ ਕੰਮ ਤੇ ਬਹੁਤ ਵੱਧ ਗਏ, ਅਵੇਅਰਨੈਸ ਵੱਧ ਗਈ, ਉਹਦੇ ਕਰਕੇ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੈ, ਡਿਊਟੀ ਦੇ ਆਵਰਸ ਬਹੁਤ ਜ਼ਿਆਦਾ ਹੈ, ਕਿਉਂਕਿ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੈ। ਹੁਣ ਜਿਵੇਂ 15 ਅਗਸਤ ਆ ਗਿਆ, ਅੱਗੇ ਫੈਸਟਿਵ ਸੀਜ਼ਨ ਆਉਣਾ ਹੈ, ਸਾਨੂੰ ਐਕਸਟਰਾ ਕੰਮ ਮੁਲਾਜ਼ਮਾਂ ਤੋਂ ਲੈਣਾ ਪੈਂਦਾ ਹੈ, ਆਪ ਵੀ ਕਰਨਾ ਪੈਂਦਾ ਹੈ। ਉਹਦੇ ਕਰਕੇ ਕਿਤੇ ਨਾ ਕਿਤੇ ਬਾਡੀ 'ਤੇ ਅਸਰ ਜ਼ਰੂਰ ਪੈਂਦਾ ਹੈ, ਮੈਂਟਲ ਸਟ੍ਰੈਸ ਹੁੰਦਾ ਹੈ। ਮੈਂਟਲ ਸਟ੍ਰੈਸ ਕਰਕੇ ਕਈ ਵਾਰ ਓਵਰ ਈਟਿੰਗ, ਬਾਹਰ ਦਾ ਖਾਣਾ ਖਾਧਾ ਜਾਂਦਾ ਸਾਡੇ ਮੁਲਾਜ਼ਮਾਂ ਤੋਂ, ਉਹਨਾਂ ਨੂੰ ਫਿਰ ਹੋਰ ਤਰ੍ਹਾਂ ਦੀ ਹੈਲਥ ਪ੍ਰੋਬਲਮਸ ਆਉਂਦੀਆਂ। ਤਾਂ ਇਹ ਬੜਾ ਔਖਾ ਹੈ, ਬਟ ਕੋਸ਼ਿਸ਼ ਕੀਤੀ ਜਾਂਦੀ ਸਾਡੇ ਵੱਲੋਂ ਵੀ ਮੁਲਾਜ਼ਮਾਂ ਦੀ ਵੈਲਫੇਅਰ ਬਾਰੇ ਅਸੀਂ ਸੋਚੀਏ। ਆਪਣੇ ਪਰਸਨਲ ਲੈਵਲ 'ਤੇ ਵੀ ਤੁਹਾਨੂੰ ਸਿਹਤ ਦਾ ਖਿਆਲ ਰੱਖਣਾ ਪੈਂਦਾ ਹੈ, ਆਪਣੇ ਮੈਂਟਲ ਲੈਵਲ ਨੂੰ ਵੀ ਬੈਲੈਂਸ ਰੱਖਣਾ ਪੈਂਦਾ ਹੈ। ਬਹੁਤਾ ਆਪ ਅਸੀਂ ਨਾ ਸਟ੍ਰੈਸ ਲਈ ਉਹਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਐਂਗਜ਼ਾਈਟੀ ਵਾਲੀ ਜੌਬ ਹੈ ਤਾਂ ਉਵੇਂ ਆਪਣੇ ਆਪ ਨੂੰ ਟਿਊਨ ਵੀ ਕਰਨਾ ਪੈਂਦਾ ਹੈ। ਪਰ ਅੱਜ ਕੱਲ੍ਹ ਲੋਕਾਂ ਦੀ ਪਰਸੈਪਸ਼ਨ ਪੁਲਿਸ ਦੇ ਪ੍ਰਤੀ, ਹਾਲਾਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਕਈ ਵਾਰ ਪੁਲਿਸ ਨੂੰ ਲੋਕ ਬਹੁਤ ਨੈਗੇਟਿਵ ਰੂਲ ਦੇ ਤੌਰ 'ਤੇ, ਜਦੋਂ ਪੁਲਿਸ ਵਾਲਾ ਸਾਹਮਣੇ ਤੁਰਿਆ ਜਾਂਦਾ ਹੁੰਦਾ ਤਾਂ ਕੋਈ ਕੁਛ ਕਹਿੰਦਾ, ਕੋਈ ਪੁੱਠੀ ਸਿੱਧੀਆਂ ਗੱਲਾਂ ਵੀ, ਜਦੋਂ ਕਿਤੇ ਖਾਸ ਤੌਰ 'ਤੇ ਕਲੈਸ਼ ਹੋਇਆ ਹੁੰਦਾ, ਇਸ ਜਿਹੜੀ ਪਰਸੈਪਸ਼ਨ ਬਣੀ ਹੋਈ ਹੈ ਪੁਲਿਸ ਦੀ ਨੈਗੇਟਿਵ, ਇਹਨੂੰ ਸੁਧਾਰਨ ਵਾਸਤੇ ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਕਰ ਸਕਦੇ ਹੋ ਜਾਂ ਤੁਸੀਂ ਕੀ ਕਰ ਰਹੇ ਹੋ ਜਾਂ ਕੀ ਹੋਣਾ ਚਾਹੀਦਾ? ਮੈਨੂੰ ਲੱਗਦਾ ਪਹਿਲੀ ਗੱਲ ਤਾਂ ਜਿਹੜੀ ਅਸੀਂ ਸਾਡੀ ਡੇਲੀ ਡੀਲਿੰਗ ਹੈ ਲੋਕਾਂ ਨਾਲ, ਉਹਦੇ ਨਾਲ ਹੀ ਪਰਸੈਪਸ਼ਨ ਬਣਦੀ ਹੈ। ਉਹਦੇ 'ਤੇ ਕੰਮ ਹੋ ਵੀ ਰਿਹਾ, ਹੋਰ ਵੀ ਕੰਮ ਕਰਨ ਦੀ ਲੋੜ ਹੈ ਕਿ ਉਹ ਜਿਹੜੀ ਜਿੰਨੀ ਡੀਲਿੰਗ ਹੋ ਰਹੀ ਹੈ, ਜਿੰਨੀ ਵੀ ਸਾਡੀ ਪਬਲਿਕ ਨਾਲ ਡਾਇਰੈਕਟ ਇੰਟਰੈਕਸ਼ਨ ਹੋ ਰਹੀ ਹੈ, ਉਹ ਫੇਅਰ ਹੋਵੇ ਜਿੰਨੀ ਜ਼ਿਆਦਾ ਹੋ ਸਕੇ। ਦੂਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸਾਡੀ ਇਹ ਵੀ ਕੋਸ਼ਿਸ਼ ਰਹਿੰਦੀ ਹੈ ਆਪਣਾ ਚੰਗਾ ਕੰਮ ਅਸੀਂ ਸੋਸ਼ਲ ਮੀਡੀਆ 'ਤੇ ਹਾਈਲਾਈਟ ਕਰੀਏ, ਲੋਕਾਂ ਤੱਕ ਪਹੁੰਚਾਈਏ। ਸੋਸ਼ਲ ਮੀਡੀਆ 'ਤੇ ਕੰਟੈਂਟ ਕੰਜ਼ੰਪਸ਼ਨ ਬਹੁਤ ਜ਼ਿਆਦਾ ਅੱਜ ਕੱਲ੍ਹ ਲੋਕਾਂ ਦੀ, ਨਿਊਜ਼ ਸਾਰੀ ਉੱਥੇ ਹੀ ਦੇਖਦੇ ਹੈ, ਉੱਥੇ ਵੀ ਕੋਸ਼ਿਸ਼ ਰਹਿੰਦੀ ਹੈ ਵੀ ਇਸ ਤਰ੍ਹਾਂ ਦੀ ਆਪਾਂ ਪੁਸ਼ ਕਰੀਏ ਤਾਂ ਕਿ ਜਿਹੜਾ ਪੋਜ਼ੀਟਿਵ ਕੰਮ ਹੈ ਉਹ ਵੀ ਪੁਲਿਸ ਦਾ ਸਾਹਮਣੇ ਆ ਕੇ ਉਜਾਗਰ ਹੋਵੇ। ਤਾਂ ਮੈਨੂੰ ਲੱਗਦਾ ਵੀ ਮੀਡੀਆ ਦਾ ਵੀ ਇਸ 'ਚ ਬਹੁਤ ਜ਼ਿਆਦਾ ਰੋਲ ਹੈ, ਤੇ ਪੁਲਿਸ ਵੱਲੋਂ ਵੀ ਹੋਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿੰਨੀ ਫੇਅਰ ਹੋ ਸਕੇ ਡੀਲਿੰਗ ਓਨੀ ਹੋਣੀ। ਕਿਉਂਕਿ ਕਈ ਚੀਜ਼ਾਂ, ਕੋਈ ਤਾਂ ਮੰਨ ਲਓ ਪੰਛੀਆਂ ਨੂੰ ਦਾਣੇ ਪਾਉਂਦਾ ਜਾਂ ਫਿਰ ਕੋਈ ਕਿਸੇ ਰਿਕਸ਼ੇ ਵਾਲੇ ਨੂੰ ਧੱਕੇ ਲਾਉਂਦਾ ਪੁਲਿਸ ਮੁਲਾਜ਼ਮ ਨਜ਼ਰ ਆ ਜਾਂਦਾ, ਉਹ ਚੀਜ਼ਾਂ ਵੀ ਚਲੋ ਸਰਕੂਲੇਟ ਹੁੰਦੀਆਂ। ਸਾਡੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਜਿੰਨੀਆਂ ਕੁ ਉਹ ਚੀਜ਼ਾਂ ਆਉਂਦੀਆਂ ਉਹ ਵੀ ਦਿਖਾਈਆਂ ਜਾਣ, ਕਿਉਂਕਿ ਨੈਗੇਟਿਵ ਤਾਂ ਇਹ ਜ਼ਰੂਰ ਹੁੰਦਾ ਕਿ ਫਲਾਨੀ ਥਾਂ 'ਤੇ ਪੁਲਿਸ ਨੇ ਪੈਸੇ ਮੰਗ ਲਏ, ਉਹ ਲੋਕ ਨਾਲ ਦੀ ਨਾਲ ਵੀਡੀਓ ਬਣਾ ਕੇ ਸਰਕੂਲੇਟ ਕਰ ਦਿੰਦੇ ਆ, ਔਰ ਉਹ ਨਾਲ ਦੀ ਨਾਲ ਵਾਇਰਲ ਵੀ ਅੱਗ ਵਾਂਗੂ ਫੈਲ ਜਾਂਦੀ ਹੈ। ਕਿਉਂਕਿ ਇਹੋ ਜਿਹੇ ਕੁਛ ਇੱਕ ਲੋਕ ਹੁੰਦੇ ਆ, ਸਾਰੇ ਤਾਂ ਨਹੀਂ, ਕੋਈ ਰਿਸ਼ਤੇਦਾਰੀ 'ਚ ਵੀ ਕੁਛ ਇੱਕ ਚੰਗੇ ਹੁੰਦੇ ਆ, ਕੁਛ ਮਾੜੇ ਹੁੰਦੇ ਆ, ਸਮਾਜ ਦੇ ਵਿੱਚ ਵੀ ਉਸੇ ਤਰ੍ਹਾਂ ਪੁਲਿਸ ਦੇ ਵਿੱਚ ਵੀ ਜਿਸ ਤਰੀਕੇ ਨਾਲ। ਇਹਨੂੰ ਲੈ ਕੇ ਕੋਈ ਪਰਸਨਲੀ ਤੌਰ 'ਤੇ ਤੁਹਾਨੂੰ ਕੀ ਲੱਗਦਾ ਕੋਈ ਐਫਰਟ ਵੀ ਹੋਣਾ ਚਾਹੀਦਾ ਇਹਨੂੰ ਲੈ ਕੇ ਕਿ ਆਹ ਜਿਹੜੀ ਬਰਾਈਬ ਵਾਲੀ ਛਵੀ ਹੈ, ਜਾਂ ਇੱਕ ਛਵੀ ਕਿ ਪਿੰਡਾਂ ਦੇ ਵਿੱਚ ਜਾਓ ਤਾਂ ਸਾਰਿਆਂ ਵਾਸਤੇ ਨਹੀਂ, ਕੁਛ ਇੱਕ ਵਾਸਤੇ ਜੀ ਪੁਲਿਸ ਤੋਂ ਜੀ ਪੈਸੇ ਲੈਂਦੀ ਆ, ਇਸ ਤਰ੍ਹਾਂ ਦੀ ਪਰਸੈਪਸ਼ਨ ਬਣੀ ਹੋਈ ਹੈ ਲੋਕ। ਨਹੀਂ, ਦੇਖੋ ਆਪਾਂ ਬਿਲਕੁਲ ਡਿਨਾਈ ਨਹੀਂ ਕਰ ਸਕਦੇ ਵੀ ਇਸ ਤਰ੍ਹਾਂ ਦੇ ਬੰਦੇ ਹੈ ਹੀ ਨਹੀਂ। ਪੁਲਿਸ ਜਿਹੜੀ ਹੈ ਉਹ ਵੀ ਸਾਡੇ ਸਮਾਜ 'ਚ ਹੀ ਆਉਂਦੀ ਹੈ। ਜਿੰਨਾ ਕੁ ਕਰਪਸ਼ਨ ਸਾਡੀ ਸੁਸਾਇਟੀ 'ਚ ਇਨਗ੍ਰੇਨਡ ਹੈ, ਉਨੀ ਕੀ ਪੁਲਿਸ 'ਚ ਵੀ ਹੁੰਦੀ ਹੈ। ਪੁਲਿਸ ਵਰਦੀ ਪਾਉਣ ਕਰਕੇ, ਵਰਦੀ ਪਾਈ ਹੋਣ ਕਰਕੇ ਜ਼ਿਆਦਾ ਹਾਈਲਾਈਟ ਹੁੰਦੀ ਹੈ। ਹੁਣ ਜੇ ਆਪਾਂ ਸੜਕ 'ਤੇ ਜਾਂਦੇ ਸਾਨੂੰ ਕੋਈ ਪੈਸੇ ਫੜਦਾ ਦਿਖਦੇ, ਸਭ ਤੋਂ ਪਹਿਲੇ ਪੁਲਿਸ ਵਾਲਾ ਵੀ ਦਿਖਦਾ। ਤੇ ਸਾਡੇ ਵੱਲੋਂ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਹੈ ਪੁਲਿਸ ਵੱਲੋਂ ਨਾ ਹੋਣ।
ਅਲੱਗ-ਅਲੱਗ ਤਰ੍ਹਾਂ ਦੇ ਚੈਕਸ ਐਂਡ ਬੈਲੈਂਸਿਸ ਵੀ ਅੱਜ ਕੱਲ੍ਹ ਬੋਡੀ ਕੈਮਰਾਜ਼ ਆ ਗਏ। ਚੰਡੀਗੜ੍ਹ ਤੁਸੀਂ ਦੇਖੋਗੇ ਟ੍ਰੈਫਿਕ ਮੁਲਾਜ਼ਮਾਂ ਦੇ ਸਾਰੇ ਬੋਡੀ ਕੈਮਰਾਜ਼ ਲੱਗੇ ਹੋਏ ਹਨ। ਜਿੰਨੀ ਵੀ ਕਾਰਵਾਈ ਹੁੰਦੀ ਹੈ ਸਾਰੀ ਵੀਡੀਓਗ੍ਰਾਫੀ 'ਚ ਹੁੰਦੀ ਹੈ। ਉਹ ਇਹ ਬੈਲੈਂਸ ਤੇ ਪਬਲਿਕ ਦਾ ਟਰਸਟ ਬਣਾਉਣ ਲਈ, ਬੈਲੈਂਸ ਇੰਸ਼ੋਰ ਕਰਨ ਲਈ ਹੈ। ਪਿੱਛੇ ਜੇ ਇੱਕ ਐਮਐਲਏ ਸਾਹਿਬ ਖੈਬੜ ਰਹੇ ਸੀਗੇ ਔਰ ਉਹ ਵੀ ਸ਼ਾਇਦ ਮੈਨੂੰ ਲੱਗਦਾ ਕੈਮਰੇ ਦੇ ਵਿੱਚ ਹੀ ਕੈਪਚਰ ਹੋ ਗਏ ਸੀਗੇ। ਜੀ ਉਹ ਵੀ ਉਹਨਾਂ ਨੇ ਫੋਨ ਤੇ ਕੈਪਚਰ ਹੋਇਆ ਸੀ ਸਾਰਾ। ਸਾਡੇ ਅੱਜ ਕੱਲ੍ਹ ਸਾਰੇ ਪੁਲਿਸ ਸਟੇਸ਼ਨ, ਸੁਪਰੀਮ ਕੋਰਟ ਤੋਂ ਮੈਂਡੇਟ ਹੈ, ਸਾਰੇ ਪੁਲਿਸ ਸਟੇਸ਼ਨ 'ਚ ਘੱਟ ਤੋਂ ਘੱਟ 20-30 ਕੈਮਰਾਜ਼ ਲੱਗੇ ਆ। ਕੋਨਾ ਪੁਲਿਸ ਸਟੇਸ਼ਨ ਦਾ ਕਵਰਡ ਹੈ। ਮੈਨੂੰ ਲੱਗਦਾ ਜਿੰਨੀ ਟਰਾਂਸਪੇਰੈਂਸੀ ਹੁਣ ਆ ਰਹੀ ਹੈ ਅੱਗੇ ਤੇ ਉਨਾ ਹੀ ਪੁਲਿਸ ਦਾ ਕੰਮ ਵਧੀਆ ਵੀ ਹੋ ਰਿਹਾ ਹੈ। ਤੇ ਬਲੈਕ ਸ਼ੀਪ ਜਿਹੜੇ ਹਰ ਜਗ੍ਹਾ ਹੁੰਦੇ ਆ, ਉਹਨਾਂ ਕਰਕੇ ਜ਼ਿਆਦਾ ਬਦਨਾਮੀ ਹੁੰਦੀ ਹੈ। ਬਟ ਹੁਣ ਕਿਉਂਕਿ ਅਸੀਂ ਸੋਸਾਇਟੀ 'ਚ ਐਜ਼ ਸਿਵਿਲੀਅਨ ਵੀ ਹੋ ਕੇ ਦੇਖ ਲਿਆ, ਜਿੰਨੀ ਮਿਹਨਤ ਪੁਲਿਸ ਕਰਦੀ ਹੈ, ਜਿੰਨਾ ਐਫਰਟ ਅਸੀਂ ਲਾਉਂਦੇ ਆ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ, ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਮਿਹਨਤ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਉਹਨੂੰ ਹਾਈਲਾਈਟ ਕਰਨ ਦੀ ਵੀ ਲੋੜ ਹੈ। ਪਰ ਤੁਸੀਂ ਕਈ ਵਾਰ ਪਰਸਨਲੀ ਤੌਰ ਤੇ ਵੀ ਦੇਖਿਆ ਇਸ ਤਰ੍ਹਾਂ ਦੇ ਕਿ ਭਾਈ ਆ ਤਾਂ ਵਾਕਈ ਜਿਹੜਾ ਲੋਕ ਫੀਡਬੈਕ ਦਿੰਦੇ ਆ ਉਹ ਵਾਕਈ ਗਰਾਊਂਡ ਤੇ ਵੀ ਇਹ ਚੀਜ਼ ਹੋ ਰਹੀ ਹੈ, ਜਾਂ ਜਿਹੜੀ ਫੀਡਬੈਕ ਆਉਂਦਾ ਉਹਦੇ ਨਾਲੋਂ ਫੀਡਬੈਕ ਥੋੜਾ ਜ਼ਿਆਦਾ ਲੋਕ ਮਸਾਲਾ ਮਸੂਲਾ ਲਾ ਕੇ ਦੇ ਦਿੰਦੇ? ਨਹੀਂ, ਦੋਨੋਂ ਚੀਜ਼ਾਂ ਹੈ ਜੀ। ਜੇ ਕਈ ਵਾਰ ਕੰਪਲੇਂਟ ਆਉਂਦੀ ਤੇ ਉਹਦੇ ਤੱਥ ਸੱਚੇ ਨਿਕਲਦੇ ਆ ਤੇ ਅਸੀਂ ਸਟ੍ਰਿਕਟ ਐਕਸ਼ਨ ਵੀ ਲਈਦਾ। ਚੰਡੀਗੜ੍ਹ ਪੁਲਿਸ 'ਚ ਵੀ, ਹੋਰ ਵੀ ਜਗ੍ਹਾ ਜਿੱਥੇ ਮੈਂ ਰਹੀ ਹਾਂ, ਜਿੱਥੇ ਵੀ ਕੰਪਲੇਂਟ ਦੀ ਕਰਪਸ਼ਨ ਦੀ ਸ਼ਿਕਾਇਤ ਆਈ ਹੈ, ਮੁਲਾਜ਼ਮਾਂ ਤੇ ਐਫਆਈਆਰ ਵੀ ਹੋਈ ਹੈ, ਕੰਸਰਨਡ ਮੁਲਾਜ਼ਮਾਂ ਤੇ ਐਕਸ਼ਨ ਵੀ ਲਿਆ ਗਿਆ ਹੈ ਤੇ ਉਹਦੇ ਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਬਿਲਕੁਲ। ਪਰ ਇਹ ਵੀ ਤੁਹਾਨੂੰ ਲੱਗਦਾ ਹੈ ਕਿ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ, ਸਾਡੀ ਸੁਸਾਇਟੀ ਦੇ ਵੀ ਮਾਈਂਡ ਦੇ ਵਿੱਚ, ਸਾਰਿਆਂ ਦੇ ਨਹੀਂ ਮੈਂ ਕਹਿ ਸਕਦਾ, ਮਾਈਂਡ ਦੇ ਵਿੱਚ ਸਾਡੇ ਕਰਪਸ਼ਨ ਆ ਕਿ ਯਾਰ ਐ ਨਹੀਂ ਕੰਮ ਹੋਣਾ ਤਾਂ ਕੋਈ ਨਹੀਂ, ਪੁਲਿਸ ਨੂੰ 4 ਪੈਸੇ ਦੇ ਕੇ ਕੰਮ ਕਰਾ ਲਾਂਗੇ। ਇਹ ਮੈਂਟੈਲਿਟੀ ਲੋਕਾਂ ਨੂੰ ਵੀ ਬਦਲਣੀ ਚਾਹੀਦੀ ਹੈ। ਮੈਨੂੰ ਲੱਗਦਾ ਜੀ ਕਰਪਸ਼ਨ ਬੋਥ ਵੇਜ਼ ਹੁੰਦੀ ਹੈ। ਇੱਕ ਤਾਂ ਹੋ ਗਿਆ ਜਦੋਂ ਅਸੀਂ ਕਿਸੇ ਨੂੰ ਫੋਰਸ ਕਰਕੇ ਪੈਸੇ ਲੈ ਰਹੇ ਹਾਂ। ਕਈ ਵਾਰ ਹੁੰਦਾ ਹੈ ਜੋ ਦੋਨੋਂ ਪਾਸਿਓਂ ਹੈਂਡਸ਼ੇਕ ਵਾਲੀ ਗੱਲ ਹੁੰਦੀ ਹੈ ਵੀ ਉਹ ਵੀ ਦੇ ਦੇਣਗੇ, ਤੁਸੀਂ ਵੀ ਦੇ ਦੋਗੇ, ਤੇ ਉਹਨਾਂ ਨਾਲ ਆਪਸ 'ਚ ਕੰਟਰੈਕਟ ਹੋ ਜਾਂਦਾ ਹੈ ਕਿ ਅਸੀਂ ਇਹਨੂੰ ਕਰ ਲਈਏ। ਤੇ ਮੈਨੂੰ ਲੱਗਦਾ ਵੀ ਉੱਥੇ ਜ਼ਰੂਰ ਇਹਦੀ ਲੋੜ ਹੈ ਕਿ ਜਿਹੜੀ ਸੀਨੀਅਰ ਆਫਿਸਰਸ ਹੈ ਤੇ ਇੱਕ ਸਿਸਟਮ ਹੈ ਜਿਹੜਾ ਉਹਨੂੰ ਵੀ ਟੈਕਲ ਕਰਨ ਦੀ ਕੋਸ਼ਿਸ਼ ਕਰੇ ਤੇ ਉਸ ਤਰ੍ਹਾਂ ਦੀ ਕਨਾਈਵੈਂਸ ਨਾਲ ਵੀ ਕੋਈ ਕਰਪਸ਼ਨ ਨਾ ਹੋਵੇ। ਮੈਂ ਥੋੜਾ ਤੁਸੀਂ ਮੀਟਿੰਗ ਦੇ ਵਿੱਚ ਜਾਣਾ, ਮੈਂ ਘੜੀਵਾਲ ਵਾਰ-ਵਾਰ ਦੇਖ ਰਿਹਾ ਸੀਗਾ, ਪ੍ਰਵਾਸ ਬਹੁਤ ਹੋ ਰਿਹਾ ਪੰਜਾਬ ਦੇ ਵਿੱਚੋਂ, ਲੋਕ ਵੱਡੀ ਗਿਣਤੀ ਦੇ ਵਿੱਚ। ਹੁਣ 12 ਕਰਕੇ ਜਿਵੇਂ ਤੁਸੀਂ ਜ਼ਿਕਰ ਕੀਤਾ, ਮੈਂ ਸਟੋਰੀ ਵੀ ਤੁਹਾਡੀ ਗੂਗਲ ਕਰਿਆ, ਦੇਖਿਆ ਤਾਂ ਉਹਦੇ ਤੇ ਮੈਨੂੰ ਇੰਟਰਸਟਿੰਗ ਸਟੋਰੀ ਲੱਗੀ ਕਿ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਸਰਕਾਰੀ ਸਕੂਲ ਦੇ ਵਿੱਚੋਂ 11ਵੀਂ 12ਵੀਂ ਪੜ੍ਹੀ। ਅੱਜ ਕੱਲ੍ਹ 11ਵੀਂ ਕਰਕੇ ਬੱਚੇ ਸੋਚਦੇ ਕਿ 12ਵੀਂ ਕਰਨੀ, 12 ਕਰਕੇ ਆਇਲਸ ਕਰਕੇ ਅਸੀਂ ਵਿਦੇਸ਼ ਚਲੇ ਜਾਣਾ। ਤੁਹਾਡੇ ਵੀ ਕਦੇ ਜ਼ਿਹਨ ਦੇ ਵਿੱਚ ਆਇਆ ਸੀ ਕਿ ਆਪਾਂ ਵੀ ਵਿਦੇਸ਼ ਚਲੇ ਜਾਣਾ +2 ਕਰਕੇ? ਮੈਨੂੰ ਪਤਾ ਨਹੀਂ ਮੈਨੂੰ ਕਿਉਂ ਸ਼ੁਰੂ ਤੋਂ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਵਿਦੇਸ਼ ਜਾਣਾ ਨਹੀਂ। ਹਾਂਜੀ, ਮੇਰੇ ਕਈ, ਜਿਸ ਤਰ੍ਹਾਂ ਇੰਜੀਨੀਅਰਿੰਗ ਕਰਕੇ ਅਸੀਂ ਇੰਜੀਨੀਅਰਿੰਗ ਕੀਤੀ ਹੈ, ਇੰਜੀਨੀਅਰਿੰਗ ਕਰਕੇ ਚੰਗੇ ਕਾਲਜ ਤੋਂ ਇੰਜੀਨੀਅਰਿੰਗ ਕਰਕੇ ਕਾਫੀ ਬੱਚੇ ਜਿਹੜੇ ਮਾਸਟਰਸ ਕਰਨ USA, ਕੈਨੇਡਾ, ਵੱਡੇ ਦੇਸ਼ਾਂ ਜਾਂਦੇ ਹੈ। ਉੱਥੇ ਜਾ ਕੇ ਮੇਰੇ ਬਿਲਕੁਲ ਬੈਸਟ ਫਰੈਂਡ, ਕਲੋਜ਼ ਫਰੈਂਡਸ ਆ ਜਿਹੜੇ ਹੁਣ ਉੱਥੇ ਸੈਟਲਡ ਵੀ ਹੈ। ਮੈਨੂੰ ਸ਼ੁਰੂ ਤੋਂ ਇਸ ਤਰ੍ਹਾਂ ਦਾ ਰਿਹਾ ਕਿ ਮੈਂ ਦੇਸ਼ ਛੱਡ ਕੇ ਜਾਣਾ ਨਹੀਂ। ਸਿਵਲ ਸਰਵਿਸਿਜ਼ ਵੱਲ ਝੁਕਾਅ ਸੀ, ਮੈਨੂੰ ਲੱਗਦਾ ਸੀ ਮੈਂ ਇੱਥੇ ਰਹਿ ਕੇ ਹੀ ਕੁਝ ਕਰਨਾ ਚਾਹੁੰਦੀ ਹਾਂ। ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ, ਅੱਜ ਕੱਲ੍ਹ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਤੇ ਪੰਜਾਬ 'ਚੋਂ ਮੈਨੂੰ ਲੱਗਦਾ ਹੈ ਕਾਫੀ ਬੱਚੇ ਹੁਣ ਜਾਣ ਲੱਗ ਗਏ। ਜਿਹੜੇ ਸਾਡੇ ਡਿਗਰੀ ਕਾਲਜਿਸ ਹੈ ਉੱਥੇ ਐਡਮਿਸ਼ਨਸ ਘੱਟ ਗਈਆਂ ਤੇ ਗ੍ਰੈਜੂਏਸ਼ਨ ਕਰਨ ਤੋਂ ਪਹਿਲੇ ਹੀ ਬੱਚੇ ਜਿਹੜੇ ਹੈ ਬਾਹਰ ਜਾਣ। ਅੱਜ ਕੱਲ੍ਹ ਇਹ ਵੀ ਹੋ ਗਿਆ ਬਹੁਤ ਸਾਰਾ, ਸ਼ਾਇਦ ਤੁਸੀਂ ਵੀ ਇੱਥੇ ਹੀ ਰਹਿੰਦੇ ਹੋ, ਦੇਖਦੇ ਹੋਵੋਗੇ ਚੀਜ਼ਾਂ ਨੂੰ, ਕਿਉਂਕਿ ਤੁਹਾਡੇ ਕੋਲ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹੋਣਗੀਆਂ ਕਿ ਅੱਜ ਕੱਲ੍ਹ ਐਡਵਰਟੀਜ਼ਮੈਂਟ ਵੀ ਜਿਹੜੇ ਆ ਉਹ ਇਹੋ ਜਿਹੇ ਆਉਣ ਲੱਗੇ ਕਿ ਸੋਹਣਾ ਸੁਨੱਖਾ ਮੁੰਡਾ 6.5 ਫੁੱਟ 6 ਫੁੱਟ ਦਾ, ਇਹਨੂੰ ਆਇਲਸ ਕਰੀ ਹੋਈ ਕੁੜੀ ਚਾਹੀਦੀ ਹੈ। ਇਹ ਤੁਹਾਨੂੰ ਕੀ ਲੱਗਦਾ ਪਰਸਨਲੀ ਤੌਰ ਤੇ ਕਿਵੇਂ ਰੋਕਿਆ ਜਾ ਸਕਦਾ? ਕਿਉਂਕਿ ਕੁੜੀਆਂ ਵੀ ਵੱਡੇ ਪੱਧਰ ਤੇ ਜਾ ਰਹੀਆਂ ਨੇ। ਅੱਜ ਕੱਲ੍ਹ ਜਿਹੜਾ ਮੁੰਡਾ ਨਹੀਂ ਜਾ ਸਕਦਾ ਉਹ ਕੁੜੀ ਲੱਭ ਰਿਹਾ, ਕਹਿੰਦੇ ਕਿ ਜੀ ਕੁੜੀ ਲੱਭ ਜੇ 6.5 7 ਬੈਂਡ ਵਾਲੀ ਔਰ ਖਰਚਾ ਅਸੀਂ ਲਾ ਕੇ ਲੈ ਜਾਣਾ ਬਾਹਰ। ਅੱਜ ਕੱਲ੍ਹ ਇਹੀ ਟ੍ਰੈਂਡ ਹੈ ਜੀ। ਜਿਹੜੇ ਸਾਡੇ ਹੁਣ ਕ੍ਰਿਮੀਨਲ ਕੇਸਿਸ ਵੀ ਆ ਰਹੇ ਉਹਨਾਂ 'ਚ ਵੀ ਸਾਨੂੰ ਇਹੀ ਦੇਖਣ ਨੂੰ ਮਿਲ ਰਿਹਾ। ਕੁੜੀਆਂ ਥੋੜ੍ਹੀ ਪੜ੍ਹਾਈ 'ਚ ਜ਼ਿਆਦਾ ਸਿੰਸੀਅਰ ਹੁੰਦੀਆਂ, ਸੌਖੇ ਪੜ੍ਹਾਈ ਕਰਕੇ ਸੌਖੇ ਉਹਨਾਂ ਦੇ ਬੈਂਡ ਅੱਛੇ ਆ ਜਾਂਦੇ ਹੈ। ਤਾਂ ਇਹੀ ਹੋ ਰਿਹਾ ਅੱਜ ਕੱਲ੍ਹ, ਮੈਰਿਜ ਦੇ ਬੇਸਿਸ 'ਤੇ ਮੁੰਡੇ ਕੁੜੀਆਂ ਲੱਭ ਰਹੇ ਆ ਤੇ ਉਹ ਬਾਹਰ ਜਾਣਾ ਚਾਹੁੰਦੇ ਹੈ ਤੇ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ। ਤੇ ਇਹੀ ਜਿਹੜੀ ਸਾਡੀ ਮਤਲਬ ਜਿਵੇਂ ਸਾਡਾ ਸੁਸਾਇਟੀ ਹੌਲੀ ਹੌਲੀ ਚੇਂਜ ਹੋ ਰਹੀ ਹੈ, ਸਾਰਿਆਂ ਦਾ ਰੁਝਾਨ ਬਾਹਰ ਵੱਲ ਹੋ ਰਿਹਾ। ਉਸ ਚੀਜ਼ ਨੂੰ ਜਿਹੜੇ ਇਲੀਗਲ ਐਲੀਮੈਂਟ ਤੇ ਐਕਸਪਲੋਇਟ ਵੀ ਕਰ ਰਹੇ ਹੈ। ਲੋਕੀ ਲੱਖਾਂ ਰੁਪਏ ਲਾਉਣ ਨੂੰ ਤਿਆਰ ਹੋ ਜਾਂਦੇ, ਆਪਣੀ ਸਾਰੀ ਜੀਵਨ ਦੀ ਪੂੰਜੀ ਬੱਚੇ ਨੂੰ ਬਾਹਰ ਭੇਜਣ ਤੇ ਲਗਾ ਲੈਂਦੇ ਆ, ਕਈ ਵਾਰ ਠੱਗੇ ਜਾਂਦੇ ਹੈ ਤੇ ਅਲੱਗ-ਅਲੱਗ ਤਰ੍ਹਾਂ ਦੀ। ਫਿਰ ਜਦੋਂ ਇੱਕ ਸੋਸ਼ਲ ਪ੍ਰੋਬਲਮ ਸ਼ੁਰੂ ਹੁੰਦੀ ਹੈ ਉਸ ਤੋਂ 10 ਹੋਰ ਸੋਸ਼ਲ ਪ੍ਰੋਬਲਮਸ ਨਿਕਲਦੀਆਂ। ਇੱਕ ਮੇਰਾ ਛੋਟਾ ਜਿਹਾ ਸਵਾਲ ਹੋਰ ਹੈ, ਕੀ ਵਿਜ਼ਨ ਲੈ ਕੇ ਤੁਸੀਂ ਆਏ ਸੀਗੇ ਕਿ ਵਰਦੀ ਪਾਈ ਹੈ ਔਰ ਮੈਂ ਆਹ ਕੰਮ ਕਰਨਾ ਹੈ, ਔਰ ਕੀ ਕੰਮ ਤੁਸੀਂ ਉਸੇ ਤਰੀਕੇ ਨਾਲ ਉਸੇ ਟਰੈਕ ਤੇ ਚੱਲ ਰਹੇ ਹੋ ਜਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਕੀਤੀ? ਜਦੋਂ ਅਸੀਂ ਜੌਬ 'ਚ ਆਏ ਨਹੀਂ ਹੁੰਦੇ, ਸਿਵਲ ਸਰਵਿਸਿਜ਼ ਦਾ ਇੱਕ ਬ੍ਰੌਡਰ ਸਾਨੂੰ ਅੰਡਰਸਟੈਂਡਿੰਗ ਹੁੰਦੀ ਹੈ। ਉਸ ਟਾਈਮ ਇਹ ਹੁੰਦਾ ਹੈ ਕਿ ਕੋਈ ਰਿਸਪੌਂਸਿਬਲ ਪੋਜੀਸ਼ਨ 'ਤੇ ਜਾ ਕੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਜਦੋਂ ਅਸੀਂ ਨੌਕਰੀ 'ਚ ਆ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਵੀ ਸਾਡੇ ਇਹ ਦਾਇਰੇ ਹੈ ਤੇ ਇਹ ਦਾਇਰਿਆਂ 'ਚ ਰਹਿ ਕੇ ਅਸੀਂ ਇਹ ਚੀਜ਼ਾਂ ਨੂੰ ਇੰਪਰੂਵ ਕਰ ਸਕਦੇ ਹਾਂ।
ਤੇ ਉਸੇ ਵੱਲ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਜਿੱਥੇ ਪੋਸਟਿੰਗ ਹੈ ਉੱਥੇ ਪੁਲਿਸਿੰਗ ਸਿਸਟਮ ਨੂੰ ਇੰਪਰੂਵ ਕੀਤਾ ਜਾ ਸਕੇ, ਟਰਾਂਸਪੇਰੈਂਟ ਬਣਾਇਆ ਜਾ ਸਕੇ, ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹੋ ਸਕਦੀ ਹੈ ਪਬਲਿਕ ਦੀ ਸਮੱਸਿਆ ਨੂੰ ਸੁਣਿਆ ਜਾਵੇ, ਉਹਨੂੰ ਹੱਲ ਕੀਤਾ ਜਾਵੇ। ਜਿਹੜੇ ਪਰਸਨਲੀ ਮੇਰੇ ਕੋਲ ਚੱਲ ਕੇ ਆਉਂਦੇ ਆ ਉਹਨਾਂ ਦੀ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਮੇਰੇ ਤੱਕ ਤਾਂ ਹੀ ਬੰਦਾ ਪਹੁੰਚਦਾ ਜੇ ਥੱਲੜੇ ਲੈਵਲ ਤੇ ਉਹਨੂੰ ਇਨਸਾਫ ਨਹੀਂ ਮਿਲਿਆ। ਉਹਦੀ ਜ਼ਿਆਦਾ ਕੋਲ ਹੋ ਕੇ ਗੱਲ ਸੁਣ ਕੇ ਉਹਦੀ ਕੋਸ਼ਿਸ਼ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਨਿਪਟਾਰਾ ਹੋ ਸਕੇ। ਪੁਰਾਣੇ ਜਿਹੜੇ ਕੇਸਿਸ ਪਏ ਲੰਬੇ ਚੱਲ ਰਹੇ ਪੁਲਿਸ ਕੋਲ, ਉਹਨਾਂ ਦੀ ਕੋਸ਼ਿਸ਼ ਕਰੀ ਦੇ ਨਿਪਟਾਰਾ ਹੋਵੇ। ਇੱਕ ਬ੍ਰੋਡਰ ਲੈਵਲ ਤੇ ਇੱਕ ਸੇਫ ਮਾਹੌਲ ਲੋਕਾਂ ਨੂੰ, ਸਿਟੀਜ਼ਨਸ ਨੂੰ ਮਿਲੇ ਚੰਡੀਗੜ੍ਹ 'ਚ ਘੁੰਮਣ ਦਾ, ਫਰੀडम ਨਾਲ ਘੁੰਮਣ ਦਾ, ਬਿਨਾਂ ਡਰ ਤੋਂ ਘੁੰਮਣ ਦਾ। ਉਹਦੇ ਨਾਲ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਾਡੀ ਲਗਾਤਾਰ ਕੋਸ਼ਿਸ਼ਾਂ ਰਹਿੰਦੀਆਂ। ਕ੍ਰਾਈਮ ਦੀ ਪ੍ਰੀਵੈਂਸ਼ਨ 'ਚ ਬਹੁਤ ਜ਼ੋਰ ਲੱਗਦਾ ਹੈ ਤੇ ਉੱਥੇ ਵੀ ਜ਼ਿਆਦਾ ਧਿਆਨ ਸਾਡਾ ਮੈਨੂੰ ਲੱਗਦਾ 60-70% ਕ੍ਰਾਈਮ ਦੀ ਪ੍ਰੀਵੈਂਸ਼ਨ 'ਚ ਜ਼ਿਆਦਾ ਲੱਗਦਾ ਹੈ। ਮੇਰਾ ਅਖੀਰਲਾ ਸਵਾਲ ਹੈ, ਪੰਜਾਬ ਦੇ ਅਜੇ ਵੀ ਬਹੁਤ ਸਾਰੇ ਇਲਾਕੇ, ਇਕੱਲੇ ਮੈਂ ਚਲੋ ਪੰਜਾਬ ਦੇ ਨਹੀਂ, ਹੋਰ ਵੀ ਬਹੁਤ ਸਾਰੇ ਲੋਕ ਦੇਖਣਗੇ ਇਸ ਇੰਟਰਵਿਊ ਨੂੰ, ਕੁੜੀਆਂ ਨੂੰ ਖਾਸ ਤੌਰ ਤੇ ਕੁੜੀਆਂ ਨੂੰ ਲੈ ਕੇ ਅਜੇ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਪਿਛੜਿਆ ਹੋਇਆ, ਜਿੱਥੇ ਉੱਥੇ ਇਹੋ ਮਾਨਸਿਕਤਾ ਹੈ ਕਿ ਕਿਤੇ 8 ਪੜ੍ਹੀਆਂ ਨੇ ਕੁੜੀਆਂ, 10 ਪੜ੍ਹੀਆਂ ਨੇ, ਸਕੂਲ ਦੂਰ ਹੈ ਤਾਂ ਨਹੀਂ ਜੀ ਕੁੜੀਆਂ ਵੱਡੀਆਂ ਹੋ ਗਈਆਂ ਹੁਣ ਇਹਨਾਂ ਨੂੰ ਨਹੀਂ ਜਾਣ ਦੇਣਾ। ਉਹਨਾਂ ਲੋਕਾਂ ਨੂੰ ਖਾਸ ਤੌਰ ਤੇ ਕੀ ਕਹੋਗੇ ਜਿਹੜੇ ਕੁੜੀਆਂ ਨੂੰ ਪੜ੍ਹਾਈ ਵਿਚਾਲੇ ਛਡਾ ਦਿੰਦੇ ਆ? ਦੇਖੋ, ਇਹ ਜੇ ਗੱਲ ਅਸੀਂ 30 ਸਾਲ ਪਹਿਲੇ ਕਰਦੇ ਉਦੋਂ ਇੰਨੀ ਸਾਡੇ ਕੋਲ ਐਗਜ਼ਾਮਪਲਸ ਨਹੀਂ ਸੀ। ਹੁਣ ਸਾਡੇ ਕੋਲ ਵੱਡੀਆਂ ਵੱਡੀਆਂ ਉਦਾਹਰਨਾਂ ਨੇ। ਦੇਸ਼ ਦੀ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਲੇਡੀਜ਼ ਰਹਿ ਚੁੱਕੀਆਂ ਹੈ। ਇੰਟਰਨੈਸ਼ਨਲ ਲੈਵਲ ਤੇ ਸਾਡੇ ਇੱਥੇ ਨਾਰਥ ਇੰਡੀਆ ਤੋਂ ਕਲਪਨਾ ਚਾਵਲਾ ਵਰਗੇ ਐਸਟਰੋਨੌਟਸ ਹੋਏ ਆ ਜਿਹੜੇ ਪੂਰੇ ਦੁਨੀਆ 'ਚ ਮਸ਼ਹੂਰ ਹੋ ਕੇ ਵੱਡੀ ਵੱਡੀ ਅਚੀਵਮੈਂਟਸ ਕੀਤੀਆਂ। ਤੇ ਹੁਣ ਅਸੀਂ ਦੇਖਦੇ ਹਾਂ ਪ੍ਰਸ਼ਾਸਨਿਕ ਲੈਵਲ ਤੇ ਵੀ ਹਰ ਸਾਲ ਸਿਵਲ ਸਰਵਿਸਿਜ਼ 'ਚ ਬਹੁਤ ਜ਼ਿਆਦਾ ਕੁੜੀਆਂ ਆਉਂਦੀਆਂ। ਟੌਪਰ ਹਮੇਸ਼ਾ ਕੁੜੀਆਂ ਹੁੰਦੀਆਂ। 10ਵੀਂ 12ਵੀਂ ਦੇ ਰਿਜ਼ਲਟ ਦੇਖ ਲਈਏ, ਹਮੇਸ਼ਾ ਕੁੜੀਆਂ ਟੌਪ ਕਰਦੀਆਂ। ਤੇ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਇੰਨੀ ਮੈਸੇਜਿੰਗ ਹੋ ਚੁੱਕੀ ਹੈ ਕਿ ਸਾਨੂੰ ਇਹ ਸੋਚ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਕੁੜੀਆਂ ਨੂੰ ਜੇ ਮੌਕਾ ਦਿਓ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੀ ਸੁਸਾਇਟੀ ਐਵੇਂ ਚੇਂਜ ਹੋ ਰਹੀ ਹੈ, ਕੁੜੀਆਂ ਹੁਣ ਮੁੰਡਿਆਂ ਨੂੰ ਬਾਹਰ ਲੈ ਕੇ ਜਾ ਰਹੀਆਂ। ਕੁੜੀਆਂ ਸਿੰਸੀਅਰ ਹੁੰਦੀਆਂ ਪੜ੍ਹਾਈ 'ਚ, ਜੇ ਉਹਨਾਂ ਨੂੰ ਆਪਾਂ ਇੱਕ ਡਾਇਰੈਕਸ਼ਨ ਦਈਏ, ਥੋੜ੍ਹੀ ਜਿਹੀ ਉਹਨਾਂ ਦੀ ਮਦਦ ਕਰੀਏ ਤੇ ਉਹ 3 ਗੁਣਾ ਸਾਨੂੰ ਜ਼ਿਆਦਾ ਰਿਜ਼ਲਟ ਲੈ ਕੇ ਦੇਣਗੀਆਂ। ਤੇ ਮੈਨੂੰ ਲੱਗਦਾ ਮੌਕਾ ਦੇਣਾ ਚਾਹੀਦਾ ਹੈ। ਪੇਰੈਂਟਸ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਸੁਸਾਇਟੀ ਹੌਲੀ ਹੌਲੀ ਚੇਂਜ ਹੁੰਦੀ ਹੈ, ਹਮੇਸ਼ਾ ਇੱਕਦਮ ਨਹੀਂ ਚੇਂਜ ਹੁੰਦੀ। ਹੌਲੀ ਹੌਲੀ ਮੈਨੂੰ ਲੱਗ ਰਿਹਾ ਬਦਲਾਵ ਆਉਂਦਾ ਹੈ ਤੇ ਹੁਣ ਆ ਵੀ ਰਿਹਾ। ਤੇ ਜਿੱਥੇ ਨਹੀਂ ਵੀ ਆ ਰਿਹਾ ਉੱਥੇ ਵੀ ਸਾਡੀ ਕੋਸ਼ਿਸ਼ ਰਹਿੰਦੀ ਹੈ। ਮੈਸੇਜ ਇਹੀ ਹੈ ਕਿ ਕੁੜੀਆਂ ਨੂੰ ਪੜ੍ਹਾ ਲਿਖਾ ਕੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰੀਏ। ਜਦੋਂ ਕੁੜੀਆਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਗੀਆਂ, ਆਪਣੇ ਲਈ ਕਮਾ ਰਹੀਆਂ ਤੇ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਦੀਆਂ, ਤਾਂ ਉਹਨਾਂ ਦੀ ਡਿਪੈਂਡੈਂਸ ਕਿਸੇ ਵੀ ਮੇਲ ਤੇ ਨਹੀਂ ਰਹੇਗੀ। ਉਦੋਂ ਹੀ ਅਸੀਂ ਕਹਿ ਸਕਦੇ ਹਾਂ ਵੀ ਵਿਮਨ ਇੰਪਾਵਰਡ ਹੈ। ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ। ਤਾਂ ਪੰਜਾਬ ਦੀ ਧੀ ਨੇ ਕਮਰਦੀਪ ਕੌਰ ਹੁਣੀ, ਇਹਨਾਂ ਦੇ ਨਾਂ ਦੇ ਨਾਲ IPS ਵੀ ਲੱਗਿਆ ਹੋਇਆ ਪਿਛਲੇ 10 ਸਾਲਾਂ ਤੋਂ। ਔਰ ਕਮਰਦੀਪ ਕੌਰ ਹੁਣੀ ਬਹੁਤ ਮਿਹਨਤੀ ਨੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਹੇ ਆ, ਵੱਖ-ਵੱਖ ਮੋਡਿਊਲ ਬ੍ਰੇਕ ਕੀਤੇ। ਔਰ ਸਿੱਧੇ ਤੌਰ ਤੇ ਇੱਕ ਐਗਜ਼ਾਮਪਲ ਬਹੁਤ ਵੱਡੀ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਧੀਆਂ ਨੂੰ ਅੱਜ ਵੀ ਸਮਝਦੇ ਆ ਕਿ ਧੀਆਂ ਕੁਝ ਨਹੀਂ ਕਰ ਸਕਦੀਆਂ। ਧੀਆਂ ਬਹੁਤ ਕੁਝ ਕਰ ਸਕਦੀਆਂ ਨੇ। ਜੇ ਇੱਕ ਧੀ ਸਾਡੇ ਪੰਜਾਬ ਦੀ ਚੰਡੀਗੜ੍ਹ SSP ਬਣ ਸਕਦੀ, ਹੋਰ ਵੀ ਬਹੁਤ ਸਾਰੇ ਸਾਡੇ ਕੋਲ ਐਗਜ਼ਾਮਪਲ ਹੈ। ਫਿਲਹਾਲ ਕੋਸ਼ਿਸ਼ ਇਹੋ ਸੀ ਕਿ ਅਫਸਰਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ, ਕਿੰਨੀ ਕੁ ਪੜ੍ਹਾਈ ਕਰਨੀ ਪੈਂਦੀ ਹੈ, ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ, ਔਰ ਜੇ ਬੰਦਾ ਮਿਹਨਤ ਕਰੇ ਤਾਂ ਸਭ ਕੁਝ ਹਾਸਲ ਹੋ ਸਕਦਾ। ਫਿਲਹਾਲ ਦੇ ਲਈ ਇੰਨਾ ਹੀ। ਫਿਰ ਕਿਸੇ ਹੋਰ ਅਫਸਰ ਦੇ ਨਾਲ ਮੁਲਾਕਾਤ ਹੋਏਗੀ ਪ੍ਰੋਗਰਾਮ ਅਫਸਰ ਦੇ ਵਿੱਚ। ਸਤਿ ਸ਼੍ਰੀ ਅਕਾਲ।